किसान कहते कि ठीक है मर्जी का दिओ पर साडी मर्जी का शामिल होवे। हुण सरकार कित्थे सी पंजाब दी? सरकार कहंदी सी कि असीं भी किसान, असीं किसानां दे नाल, किसानां दा साथ, किसानां नूं मुੱਲ देवांगे, किसानां ਲਈ ਆ ਕਰਾਂਗੇ, किसानां ਲਈ ਉਹ ਹੋਵੇਗਾ। ਫਿਰ ਕਾਂਗਰਸ ਨੇ ਕਿਸਾਨਾਂ ਦੇ ਮੋਢਿਆਂ ਤੇ ਚੜ੍ਹ ਕੇ ਜਿਹੜਾ ਸੀ ਉਹ ਇਸ ਦੇ ਵਿੱਚੋਂ ਕੁਝ ਖੱਟਣ ਦਾ ਯਤਨ ਕੀਤਾ। ਇੱਕ ਟਰੈਕਟਰ ਤਿਆਰ ਕੀਤਾ ਗਿਆ, ਵੱਡੇ ਸੋਫਾ ਨੁਮਾ ਉਸ ਤੇ ਕੁਰਸੀਆਂ ਲਾਈਆਂ ਗਈਆਂ। एक पासे राहुल तो एक पासे कैप्टन अमरिंदर सिंह लत्तां पसार के बैठ गए। एक दिन लिए बल्ले बल्ले होए तो मुड़ के आपो अपने घरां दे विच राहुल गांधी जी दिल्ली तो उधर कैप्टन साहब सीसमा फार्म ते, किसान उत्थे दे उत्थे सड़कां ते। फिर पंजाब दे विचों एक आवाज़ उठी, नवजोत सिंह सिद्धू 4.25 साल 4.5 साल सुत्ते होए सन, उन्होंने मुद्दे छेड़ने शुरू कर दिते। ट्विटर वार उन्होंने छेड़ी कि ताजपोशी ते आके मुक गई। हड़ां दे आउण तो पहलां जायजे लैने होण, मॉनसून सीजन तो पहलां जां फसल साਂਭਣ ਦੀਆਂ ਤਿਆਰੀਆਂ ਪਹਿਲਾਂ ਕਰਨੀਆਂ ਹੋਣ, ਉਹਨਾਂ ਵਿੱਚ ਸਰਕਾਰ ਆਮ ਤੌਰ ਤੇ ਪਿੱਛੇ ਹੁੰਦੀ ਹੈ। ਤੇ ਆਪਣੀ ਸਹੂਲਤ ਲਈ ਇੱਕ ਚੋਣਾਂ ਅਜਿਹਾ ਇਲੈਕਸ਼ਨ ਅਜਿਹਾ ਮੁੱਦਾ ਹੁੰਦਾ ਜਿਸ ਲਈ ਪਾਰਟੀਆਂ ਸਾਲ ਪਹਿਲਾਂ ਡੇਢ ਸਾਲ ਪਹਿਲਾਂ ਹੀ ਲੱਗ ਜਾਂਦੀਆਂ ਨੇ ਇਸੇ ਕੰਮ। ਮਾਹਿਰਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਇੱਕ ਤੇ ਹੋਈ ਪੰਜਾਬ ਸਰਕਾਰ ਤੇ ਇੱਕ ਕਾਂਗਰਸ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਉਹ ਕੁਛ ਕਹਿੰਦੇ ਨੇ ਤੇ ਉਹ ਕੁਛ ਕਹਿੰਦੇ ਨੇ। ਉਸ ਪਾੜੇ ਨੂੰ ਮਿਟਾਉਣ ਲਈ ਕਿ ਗੱਲ ਤੇ ਘੱਟੋ ਘੱਟ ਇੱਕੋ ਜਿਹੀ ਕੀਤੀ ਜਾਵੇ। ਨਵਜੋਤ ਸਿੰਘ ਸਿੱਧੂ ਜੇ ਅੱਜ ਵੀ ਇਸ ਰਣਨੀਤੀ ਦੇ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਕਿਸਾਨੀ ਸਟੇਟ ਹੈ, ਕਿਸਾਨ ਸੜਕਾਂ ਤੇ ਬਹਿ ਗਏ ਨੇ। ਅੱਜ ਪੰਜਾਬ ਦੇ ਇਕੱਲੇ ਜਲੰਧਰ ਨਹੀਂ ਬੈਠੇ ਹੋਏ, ਹੋਰ ਵੀ ਕਈ ਜਗ੍ਹਾ ਤੇ ਬਹਿ ਗਏ ਨੇ। ਰੇਲਾਂ ਜਾਮ ਹੋ ਰਹੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕੋਲਾ ਵੀ ਘਟੇਗਾ, ਬਿਜਾਈ ਦਾ ਸੀਜ਼ਨ ਹੈ, ਕਿਸਾਨਾਂ ਵਾਸਤੇ ਖਾਦ ਵੀ ਘਟੇਗੀ। ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦੀ ਫਿਕਰ ਵੱਧ ਹੋਣੀ ਚਾਹੀਦੀ ਹੈ। ਸ਼ਾਇਦ ਸਰਕਾਰੇ ਦਰਬਾਰੇ ਕੋਈ ਇਸ ਤਰ੍ਹਾਂ ਦਾ ਕੁਝ ਅੰਦਰ ਖਾਤੇ ਚੱਲ ਰਿਹਾ ਹੋਵੇ ਜਿਹੜਾ ਸਾਨੂੰ ਤੇ ਤੁਹਾਨੂੰ ਨਹੀਂ ਪਤਾ। ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਚੱਲਦਿਆਂ ਇੱਕ ਘਟਨਾ ਨੂੰ ਇੱਕ ਨਵਾਂ ਮੋੜ ਦੇਣ ਲਈ ਜਾਂ ਲੋਕਾਂ ਦਾ ਧਿਆਨ ਹੋਰ ਪਾਸੇ ਕਰਨ ਲਈ ਇਹ ਆਪੂ ਰਚਿਆ ਡਰਾਮਾ ਵੀ ਹੋ ਸਕਦਾ। ਕਈ ਮਾਹਿਰ ਇਹ ਵੀ ਆਖ ਰਹੇ ਨੇ ਬਰਗਾੜੀ ਮੋਰਚਾ ਜਦੋਂ ਚੁੱਕਣਾ ਸੀ ਉਹ ਇਹ ਸਰਕਾਰ ਦੇ ਕੁਝ ਆਗੂਆਂ ਨੇ ਇਹ ਕਹਿ ਕੇ ਵਾਅਦਾ ਕਰਕੇ ਚੁਕਵਾਇਆ ਕਿ ਅਸੀਂ ਇਸ ਮਸਲੇ ਦਾ ਹੱਲ ਸਰਕਾਰ ਕੋਲੋਂ ਇੰਨੇ ਸਮੇਂ ਦੇ ਵਿੱਚ ਕਰਵਾਵਾਂਗੇ ਤੇ ਇਨਸਾਫ ਲੈ ਕੇ ਦੇਵਾਂਗੇ। ਡੋਨਲਡ ਟਰੰਪ ਨੇ ਕਹਿੰਦੇ ਤਕਰੀਬਨ 12-13 ਵਾਰ ਗੱਲਬਾਤ ਜਿਹੜੀ ਤਾਲਿਬਾਨ ਦੇ ਨਾਲ ਕੀਤੀ। ਹੁਣ ਜਿਹੜੇ ਸੀਨ ਦੇਖਣ ਨੂੰ ਮਿਲੇ ਨੇ ਉਹ ਤਾਲਿਬਾਨ ਦੇ ਵਾਅਦਿਆਂ ਤੋਂ ਉਲਟ ਨੇ। ਤੇ ਰਿਪੋਰਟਾਂ ਇਹ ਆਈਆਂ ਨੇ ਕਿ ਅੰਡਰ ਏਜ ਲੜਕੀਆਂ ਨੂੰ ਧੱਕੇ ਨਾਲ ਉਹਨਾਂ ਲੜਾਕਿਆਂ ਦੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ, ਉਹਨਾਂ ਨੂੰ ਚੁੱਕ ਕੇ ਲਿਜਾ ਕੇ। ਪਰ ਕੁਝ ਲੋਕ ਜਿਹੜੇ ਉੱਥੋਂ ਭੱਜ ਕੇ ਆਏ ਨੇ ਉਹ ਆਪਣੀਆਂ ਜਿਹੜੀਆਂ ਗਵਾਹੀਆਂ ਦੇ ਰਹੇ ਨੇ ਤੇ ਜਿਨ੍ਹਾਂ ਨੇ ਹਾਲਾਤ ਦੇਖੇ ਨੇ ਉਹ ਦੱਸਦੇ ਨੇ ਕਿ ਤਾਲਿਬਾਨ 1.0 ਤੇ ਤਾਲਿਬਾਨ 2.0 ਦੇ ਵਿੱਚ ਕੋਈ ਫਰਕ ਨਹੀਂ ਹੈ। ਮਾੜਾ ਮੋਟਾ ਵੇਰੀਐਂਟ ਦਾ ਫਰਕ ਹੋਏਗਾ, ਇਹ ਮਾਡਲ ਅਪਗ੍ਰੇਡਡ ਨਹੀਂ ਹੈ। ਦੇਖੋ ਇੱਥੋਂ ਤੱਕ ਵੀ ਲਿਖਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਸਾਨੂੰ 8 ਮਹੀਨੇ 10 ਮਹੀਨੇ ਹੋ ਗਏ ਸੜਕਾਂ ਤੇ ਬੈਠਿਆਂ ਨੂੰ, ਇਹ ਕੀ ਕੰਮ ਹੈ। ਦੇਖੋ ਤਾਲਿਬਾਨ ਨੇ 20 ਦਿਨਾਂ 'ਚ ਇਸ ਤਰ੍ਹਾਂ ਕਰ ਲਿਆ, ਸਾਡੇ 'ਚ ਹਿੰਮਤ ਅਸੀਂ ਕੀ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸਿੱਧੀ ਪਹਿਲਾਂ ਨਾਲੋਂ ਘਟ ਰਹੀ ਹੈ, ਸੱਚੀ ਗੱਲ ਹੈ। 60 ਤੋਂ 66% ਦੀ ਉਹ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਸਨ, ਪਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੈ ਉਸ ਬਾਰੇ ਕੋਈ ਜਵਾਬ ਨਹੀਂ ਹੈ। ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲ ਸਿਆਸਤ ਦੀ, ਕਿਸਾਨਾਂ ਦੀ, NIA ਦੇ ਛਾਪਿਆਂ ਦੀ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਸੱਚਮੁੱਚ ਘਟ ਰਹੀ ਹੈ? ਇਸ ਤੋਂ ਇਲਾਵਾ ਗੁਆਂਢੀ ਮੁਲਕਾਂ ਦੇ ਮੁੱਦਿਆਂ ਤੇ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਗੱਲ ਕਿਸਾਨਾਂ ਦੇ ਮੁੱਦਿਆਂ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਅੱਜ ਕੱਲ੍ਹ ਜਲੰਧਰ ਦੇ ਨੇੜੇ ਸਿੰਘੂ ਬਾਰਡਰ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ। ਕਿ ਗੰਨੇ ਦੇ ਕਾਸ਼ਤਕਾਰ ਨੇ ਜਿਹੜੇ, ਕਿਆ ਉਹਨਾਂ ਨੂੰ ਹੁਣ ਪੰਜਾਬ ਸਰਕਾਰ ਦੇ ਵਿਰੁੱਧ ਡਟਣ ਲਈ ਕੌਣ ਮਜਬੂਰ ਕਰ ਰਿਹਾ? ਕਿਸਾਨ ਨੂੰ ਜਦੋਂ ਵੀ ਕੋਈ ਮਜਬੂਰ ਕਰਦਾ ਹੈ ਉਹ ਸਰਕਾਰ ਹੀ ਕਰਦੀ ਹੈ ਜੀ। ਇਹ ਗੱਲ ਪੱਕੀ ਹੈ।
ਕੁਦਰਤ ਦੇ ਨਾਲ ਕਿਸਾਨ ਦਾ ਬਹੁਤ ਨਜ਼ਦੀਕੀ ਰਿਸ਼ਤਾ ਹੈ। ਜੀ ਵਾਧੇ ਘਾਟੇ ਹੋ ਜਾਂਦੇ ਨੇ, ਕੁਦਰਤ ਸਾਥ ਵੀ ਦਿੰਦੀ ਹੈ। ਰੁੱਤਾਂ ਬਣਾਈਆਂ ਨੇ, ਮੌਨਸੂਨ ਬਣਾਈ ਹੈ, ਠੰਡ ਹੈ, ਗਰਮੀ ਹੈ, ਉਸ ਹਿਸਾਬ ਨਾਲ ਫਸਲੀ ਚੱਕਰ ਸਾਰੀ ਦੁਨੀਆ ਦੇ ਵਿੱਚ ਬਣਦਾ ਹੈ। ਜੀ ਬਿਜਾਈ ਹੁੰਦੀ ਹੈ, ਗੋਡੀਆਂ ਹੁੰਦੀਆਂ ਨੇ, ਉਸ ਦੀ ਸਾਂਭ ਸੰਭਾਲ ਹੁੰਦੀ ਹੈ, ਤੇ ਫਿਰ ਕਟਾਈ ਹੁੰਦੀ ਹੈ, ਤੇ ਫਿਰ ਮਾਰਕੀਟਿੰਗ ਹੁੰਦੀ ਹੈ। ਜੀ ਇਹੋ ਹੀ ਤਾਂ ਮਸਲੇ ਨੇ। ਖਾਣਾ ਹਰ ਇੱਕ ਨੇ ਹੈ, ਪਰ ਆਪਣੀਆਂ ਸ਼ਰਤਾਂ ਤੇ ਕੋਈ ਖਾਣਾ ਚਾਹੁੰਦਾ ਹੈ। ਹਰ ਇੱਕ ਮੈਂ ਕੀ ਖਾਣਾ ਹੈ, ਉਸ ਗੱਲ ਦੀ ਵਸਤੂ ਦਾ ਮੁੱਲ ਜਿਹੜਾ ਹੈ ਉਸ ਦੇ ਵਿੱਚ ਸਰਕਾਰਾਂ ਬਹੁਤੀ ਦਖਲਅੰਦਾਜ਼ੀ ਨਹੀਂ ਕਰਦੀਆਂ। ਜੀ ਪਰ ਮਿਡਲਮੈਨ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਕਿਸਾਨ ਨੂੰ ਉਸਦੀ ਫਸਲ ਦਾ ਮੁੱਲ ਜਿੰਨਾ ਉਹਦੀ ਅਸਲੋਂ ਮਿਹਨਤ ਹੁੰਦੀ ਹੈ, ਜੀ ਜਿੰਨੀ ਦੇਰ ਤੱਕ ਮੰਡੀ ਦੇ ਵਿੱਚ ਫਸਲ ਵਿਕ ਕੇ, ਜਾਂ ਗੰਨੇ ਦੀ ਗੱਲ ਕਰੀਏ ਤਾਂ ਮਿੱਲ ਦੇ ਵਿੱਚ ਗੰਨਾ ਮਿੱਲ ਦੇ ਅੰਦਰ ਚਲੇ ਨਹੀਂ ਜਾਂਦਾ ਤੇ ਕਿਸਾਨ ਦੀ ਜੇਬ ਦੇ ਵਿੱਚ ਪੈਸੇ ਆ ਨਹੀਂ ਜਾਂਦੇ, ਉਨੀ ਦੇਰ ਤੱਕ ਸਾਰੀ ਕੀਤੀ ਕਰਾਈ ਜਿਹੜੀ ਆ ਖੂਹ ਵਿੱਚ ਪੈਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜੀ ਇਸ ਵਿੱਚ ਰਿਸਕ ਵੀ ਹੈ, ਮੋਨਿਟਰੀ ਰਿਸਕ ਵੀ ਹੈ, ਜਾਤੀ ਰਿਸਕ ਵੀ ਹੈ। ਜੀ ਇਹ ਸਾਰੀਆਂ ਗੱਲਾਂ ਨੂੰ ਝੱਲਦੇ ਹੋਏ ਕਿਸਾਨ ਸਭ ਕੁਝ ਆਪਣੇ ਆਪ ਤੇ ਸਹਿੰਦਾ ਹੈ। ਤੇ ਜਦੋਂ ਸਰਕਾਰਾਂ ਇਹ ਤੈਅ ਕਰਦੀਆਂ ਨੇ ਕਿ ਇਸ ਫਸਲ ਦੀ ਸਾਂਭ ਸੰਭਾਲ ਜਿਹੜੀ ਹੈ ਇਸ ਮੰਡੀ 'ਚ ਹੀ ਹੋਣੀ ਹੈ, ਇਸ ਗੰਨੇ ਦੀ ਫੜਾਈ ਕ੍ਰਸ਼ਿੰਗ ਜਿਹੜੀ ਹੈ ਇਸ ਮਿੱਲ ਦੇ ਵਿੱਚ ਹੀ ਹੋਵੇਗੀ, ਉਹ ਵੱਡੇ ਕਾਰਪੋਰੇਟ ਅਧਿਕਾਰੀਆਂ ਦੇ ਕੋਲ, ਕਾਰਪੋਰੇਟ ਘਰਾਣਿਆਂ ਦੇ ਕੋਲ ਮਿੱਲਾਂ ਹਨ ਤੇ ਇਹਨਾਂ ਨੂੰ ਲਾਇਸੈਂਸ ਦਿੱਤੇ ਜਾਣੇ ਨੇ, ਇਹਨਾਂ ਕੋਲ ਅਧਿਕਾਰ ਹੈ ਕਿ ਉਹ ਇਹੋ ਕੁਝ ਕਰ ਸਕਦੇ ਨੇ, ਤੇ ਮੁੱਲ ਵੀ ਅਸੀਂ ਮਰਜ਼ੀ ਦਾ ਦੇਣਾ ਹੈ। ਜੀ ਕਿਸਾਨ ਕਹਿੰਦੇ ਕਿ ਠੀਕ ਹੈ, ਮਰਜ਼ੀ ਦਾ ਦਿਓ, ਪਰ ਸਾਡੀ ਮਰਜ਼ੀ ਦਾ ਸ਼ਾਮਲ ਹੋਵੇ। ਜੀ ਧਰਨਾ ਚੱਲ ਰਿਹਾ ਜਲੰਧਰ ਦੇ ਵਿੱਚ। ਜੀ ਜੇ ਅਸੀਂ ਗੱਲ ਕਰੀਏ ਹੁਣ ਪੰਜਾਬ ਸਰਕਾਰ ਦੀ, ਤੇ 1.5 ਸਾਲ ਹੋ ਗਿਆ MSP ਤੇ ਹੋਰ ਜਿਹੜੇ ਉਸ ਦੇ ਨਾਲ ਸੰਬੰਧਿਤ 3 ਕਾਨੂੰਨ ਆਏ ਸੀ, ਕੇਂਦਰ ਸਰਕਾਰ ਨੇ ਪਾਸ ਕੀਤੇ। ਉਹਨਾਂ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਕਿਸਾਨ ਲਾਮਬੰਦ ਹੋਣਾ ਸ਼ੁਰੂ ਹੋ ਗਏ ਸੀ। ਜੀ ਸਿੰਘੂ ਬਾਰਡਰ ਤੇ, ਟਿਕਰੀ ਤੇ, ਗਾਜ਼ੀਪੁਰ ਤੇ ਬੈਠਿਆਂ ਨੂੰ ਤਾਂ ਮਹੀਨੇ ਹੋਏ ਨੇ, ਜੀ ਪਰ ਇੱਥੇ ਸਾਲ ਤੋਂ ਵੱਧ ਸਮਾਂ ਹੋ ਗਿਆ। ਸਾਨੂੰ ਯਾਦ ਰੱਖਣਾ ਚਾਹੀਦਾ ਪੰਜਾਬ ਦੇ ਵੱਡੇ ਟੋਲ ਪਲਾਜ਼ੇ ਤਕਰੀਬਨ 16 ਮਹੀਨੇ ਤੋਂ ਬੰਦ ਨੇ। ਜੀ ਹੁਣ ਸਰਕਾਰ ਕਿੱਥੇ ਸੀ ਪੰਜਾਬ ਦੀ? ਸਰਕਾਰ ਕਹਿੰਦੀ ਸੀ ਕਿ ਅਸੀਂ ਵੀ ਕਿਸਾਨ, ਅਸੀਂ ਕਿਸਾਨਾਂ ਦੇ ਨਾਲ, ਕਿਸਾਨਾਂ ਦਾ ਸਾਥ, ਜੀ ਕਿਸਾਨਾਂ ਨੂੰ ਮੁੱਲ ਦੇਵਾਂਗੇ, ਕਿਸਾਨਾਂ ਲਈ ਆਹ ਕਰਾਂਗੇ, ਕਿਸਾਨਾਂ ਲਈ ਆਹ ਹੋਵੇਗਾ। ਤੇ ਜਦੋਂ ਕਿਸਾਨਾਂ ਨੇ ਕਹਿ ਦਿੱਤਾ ਕਿ ਕਿਸੇ ਰਾਜਨੀਤਿਕ ਪਾਰਟੀ ਨੂੰ ਨਜ਼ਦੀਕ ਅਸੀਂ ਨਹੀਂ ਆਉਣ ਦੇਣਾ, ਸਾਡੇ ਕਿਸੇ ਧਰਨੇ ਤੇ, ਕਿਸੇ ਮੋਰਚੇ ਤੇ, ਚਾਹੇ ਉਹ ਸ਼ੰਭੂ ਤੇ ਹੋਵੇ ਤੇ ਚਾਹੇ ਸਿੰਘੂ ਤੇ ਹੋਵੇ, ਜੀ ਤੁਸੀਂ ਆਉਣਾ ਨਹੀਂ। ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਸੰਯੁਕਤ ਕਿਸਾਨ ਮੋਰਚਾ ਬਣਾ ਲਿਆ ਤੇ ਫੇਰ ਵੀ ਹੌਲੀ ਹੌਲੀ ਜਾਂਦੇ ਸੀ। ਜੀ ਗਏ ਵੀ ਕਈ। ਰਵਨੀਤ ਬਿੱਟੂ ਉੱਥੇ ਪਹੁੰਚੇ ਤੇ ਉਹਨਾਂ ਨਾਲ ਬਦਸਲੂਕੀ ਹੋਈ, ਉਸ ਦਾ ਬੜਾ ਰੌਲਾ ਪਿਆ। ਰਵਨੀਤ ਬਿੱਟੂ ਤੇ ਖੈਰ ਪਹਿਲਾਂ ਵੀ ਰੌਲਾ ਪਾ ਰਹੇ ਸੀ ਜੀ ਕਿ ਦੇਖੋ ਕੀ ਹੋ ਰਿਹਾ, ਇੱਥੋਂ ਬਾਗੀ ਸੁਰਾਂ ਉੱਠ ਰਹੀਆਂ ਨੇ, ਖਾਲਿਸਤਾਨ ਦੀ ਗੱਲ ਹੋ ਰਹੀ ਹੈ। ਉਹਨਾਂ ਨੇ ਆਪਣਾ ਰਾਗ ਸਮੇਂ-ਸਮੇਂ ਤੇ ਅਲਾਪਿਆ। ਜੀ ਖੈਰ ਉਹਨਾਂ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਮਿਲੀ, ਨਾ ਕਿਸਾਨ ਅੰਦੋਲਨ ਦੇ ਮੁੱਦੇ ਤੇ ਨਾ ਪੰਜਾਬ ਦੇ ਵਿੱਚ ਜੋ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਹ ਮਾੜੀ ਮੋਟੀ ਆਵਾਜ਼ ਬੁਲੰਦ ਕਰ ਰਿਹਾ ਸੀ, ਨਾ ਉਸ ਮੁੱਦੇ ਤੇ। ਬਿਲਕੁਲ ਚੁੱਪਚਾਪ ਨੇ ਉਸ ਦਿਨ ਦੇ। ਜੀ ਉਹਨਾਂ ਨੂੰ ਸ਼ਾਇਦ ਹਾਈ ਕਮਾਂਡ ਵੱਲੋਂ ਵੱਡਾ ਇਸ਼ਾਰਾ ਹੋ ਚੁੱਕਾ ਹੈ। ਫਿਰ ਕਾਂਗਰਸ ਨੇ ਕਿਸਾਨਾਂ ਦੇ ਮੋਢਿਆਂ ਤੇ ਚੜ੍ਹ ਕੇ ਜਿਹੜਾ ਸੀ ਉਹ ਇਸ ਦੇ ਵਿੱਚੋਂ ਕੁਝ ਖੱਟਣ ਦਾ ਯਤਨ ਕੀਤਾ। ਇੱਕ ਟਰੈਕਟਰ ਤਿਆਰ ਕੀਤਾ ਗਿਆ, ਵੱਡੇ ਸੋਫਾ ਨੁਮਾ ਉਸ 'ਤੇ ਕੁਰਸੀਆਂ ਲਾਈਆਂ ਗਈਆਂ। ਇੱਕ ਪਾਸੇ ਰਾਹੁਲ ਤੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਲੱਤਾਂ ਪਸਾਰ ਕੇ ਬੈਠ ਗਏ। ਇੱਕ ਦਿਨ ਲਈ ਬੱਲੇ ਬੱਲੇ ਹੋਏ ਤੇ ਮੁੜ ਕੇ ਆਪੋ ਆਪਣੇ ਘਰਾਂ ਦੇ ਵਿੱਚ, ਰਾਹੁਲ ਗਾਂਧੀ ਜੀ ਦਿੱਲੀ ਤੇ ਉਧਰ ਕੈਪਟਨ ਸਾਹਿਬ ਸੀਸਮਾ ਫਾਰਮ ਤੇ, ਕਿਸਾਨ ਉੱਥੇ ਦੇ ਉੱਥੇ ਸੜਕਾਂ ਤੇ। ਕਿਸਾਨਾਂ ਨੂੰ ਤਾਂ ਕਿਸੇ ਨੇ ਨਾ ਪੁੱਛਿਆ। ਫਸਲਾਂ ਚੁੱਕ ਹੋਈਆਂ। ਪਿਛਲੇ ਸਾਲ ਕੋਵਿਡ ਦੇ ਦੌਰ ਦੇ ਵਿੱਚ ਜੋ ਫਸਲਾਂ ਦੀ ਚੁਕਾਈ ਮੰਡੀਆਂ 'ਚ ਹੋਈ ਹੈ, ਕਾਹਨ ਸਿੰਘ ਪੰਨੂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ, ਉਹਨਾਂ ਨੇ ਬਾਖੂਬੀ ਨਿਭਾਈ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਥੋੜੀ ਖੱਜਲ ਖੁਆਰੀ ਤੇ ਹੋਣੀ ਸੀ, ਸਾਰੀ ਦੁਨੀਆ 'ਚ ਹੋ ਰਹੀ ਸੀ। ਕਿਸਾਨ ਸਮਝਦੇ ਨੇ, ਕਿਸਾਨ ਕੋਈ ਜਿਵੇਂ ਉਜੱਡ ਸਮਝ ਲਿਆ ਜਾਂਦਾ ਨਾ ਕਈ ਵਾਰੀ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਸਾਨੂੰ ਸਮਝਣੀ ਚਾਹੀਦੀ ਹੈ। ਫਿਰ ਕੀ ਹੋਇਆ? ਕਿਸਾਨ ਸਿੰਘੂ ਮੋਰਚੇ ਤੇ ਬੈਠੇ ਤੇ ਕਾਂਗਰਸੀ ਜੰਤਰ ਮੰਤਰ ਤੇ ਬੈਠ ਗਏ। ਜੰਤਰ ਮੰਤਰ ਤੋਂ ਕੁਛ ਨਾ ਲੱਭਾ ਤੇ ਲੋਕ ਸਭਾ ਦੇ ਵਿੱਚ ਬਹੁਤੀਆਂ ਸੀਟਾਂ ਕੋਲ ਹਨ ਨਹੀਂ। ਫਿਰ ਵਿਰੋਧੀ ਧਿਰਾਂ ਵੱਲ ਨੂੰ ਚੱਲ ਪਿਆ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਇਕੱਠੇ ਕਰੀਏ। ਜਿੰਨੀਆਂ ਕੋ ਸੂਬੇ ਦੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਵਿੱਚੋਂ ਸਭ ਨੇ ਜਿੱਤ ਪ੍ਰਾਪਤ ਕੀਤੀ। ਕਿਸਾਨਾਂ ਨੇ ਵੀ ਆਪਣਾ ਰੰਗ ਵਿਖਾਇਆ। ਇੱਕ ਸੂਬੇ ਦੇ ਵਿੱਚ BJP ਵੀ ਜਿੱਤੀ, ਪਰ ਕਾਂਗਰਸ ਦੇ ਪੱਲੇ ਫੇਰ ਕੁਝ ਨਾ ਪਿਆ। ਕਾਂਗਰਸ ਸਿਰਫ ਇਸ ਵੇਲੇ ਸਿਰ ਜੋੜਨ ਤੇ ਲੱਗੀ ਹੋਈ ਹੈ ਕਿ ਕਿੱਥੋਂ ਕੀ ਖੱਟਣਾ ਹੈ। ਫਿਰ ਪੰਜਾਬ ਦੇ ਵਿੱਚੋਂ ਇੱਕ ਆਵਾਜ਼ ਉੱਠੀ, ਨਵਜੋਤ ਸਿੰਘ ਸਿੱਧੂ। 4.25 ਸਾਲ 4.5 ਸਾਲ ਸੁੱਤੇ ਹੋਏ ਸਨ ਉਹ। ਉਹਨਾਂ ਨੇ ਮੁੱਦੇ ਛੇੜਨੇ ਸ਼ੁਰੂ ਕਰ ਦਿੱਤੇ। ਟਵਿੱਟਰ ਵਾਰ ਉਹਨਾਂ ਨੇ ਛੇੜੀ ਤੇ ਫਿਰ ਹੌਲੀ ਗੱਲ ਨਿਕਲਦੀ ਇੱਥੇ ਆ ਗਈ ਕਿ ਤਾਜ ਪੋਸ਼ੀ ਤੇ ਆ ਕੇ ਮੁੱਕ ਗਈ। ਤੇ ਉਹ ਤੋਂ ਬਾਅਦ ਉਹਨਾਂ ਨੇ ਦੌੜ ਲਾਈ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਕਿ ਮੈਂ ਕਿਹੜੇ ਡੇਰੇ ਤੇ ਜਾਣਾ, ਕਿਹੜੇ ਗੁਰਦੁਆਰਾ ਸਾਹਿਬ ਜਾਣਾ, ਕਿਹੜੇ ਮੰਦਿਰ ਵਿੱਚ ਜਾਣਾ ਤੇ ਕਿੱਥੇ ਜਾ ਕੇ ਮੈਂ ਬੰਦਿਆਂ ਨੂੰ ਮਿਲਣਾ ਤੇ ਜੱਫੀਆਂ ਪਾਉਣੀਆਂ ਤੇ ਤਕਰੀਰਾਂ ਕਰਨੀਆਂ। ਇਸ ਤੋਂ ਬਾਅਦ ਕੁਝ ਨਹੀਂ।
ਤਕਰੀਰਾਂ ਤੋਂ ਵੱਧ ਕੋਈ ਨਿਕਲ ਕੇ ਸਾਹਮਣੇ ਵੀ ਨਹੀਂ ਆਇਆ। ਜੀ ਉਹਨਾਂ ਦੀ ਨੀਅਤ ਦਾ ਇੱਥੋਂ ਵੀ ਅੰਦਾਜ਼ਾ ਲੱਗਾ। ਕਹਿੰਦੇ ਨੇ ਕਿ ਪਿਆਸੇ ਨੂੰ ਜਿਹੜਾ ਖੂਹ ਦੇ ਕੋਲ ਆਉਣਾ ਚਾਹੀਦਾ ਹੈ। ਜੀ ਉਹ ਆਪਣੇ ਆਪ ਨੂੰ ਖੂਹ ਸਮਝ ਰਹੇ ਸਨ ਤੇ ਕਿਸਾਨਾਂ ਨੂੰ ਉਹਨਾਂ ਨੇ ਪਿਆਸੇ ਆਖਿਆ। ਜੀ ਪਰ ਸ਼ਾਇਦ ਹਾਈ ਕਮਾਂਡ ਨੇ ਗੱਲ ਸਮਝੀ ਤੇ ਜਦੋਂ ਕਿਸਾਨ ਸੰਸਦ ਲੱਗੀ ਜੰਤਰ ਮੰਤਰ ਜੀ ਤੇ ਸਾਰੇ ਰਾਹੁਲ ਗਾਂਧੀ ਸਮੇਤ ਵੱਡੇ ਵੱਡੇ ਐਮਪੀ ਤੇ ਉਹਨਾਂ ਦੇ ਕੇਂਦਰੀ ਆਗੂ ਸਾਰੇ ਉੱਥੇ ਪਹੁੰਚੇ ਹਾਜ਼ਰੀ ਲਵਾਉਣ ਜੀ ਔਰ ਦੱਸ ਕੇ ਆਏ ਕਿ ਅਸੀਂ ਆਉਣਾ ਤੇ ਕਿਸਾਨਾਂ ਨੇ ਇਹਨੂੰ ਜੀ ਆਇਆਂ ਵੀ ਆਖਿਆ ਕਿ ਆਓ ਬੈਠੋ ਵਿਜ਼ਟਰ ਗੈਲਰੀ 'ਚ ਅਸੀਂ ਤੁਹਾਨੂੰ ਰੋਕਦੇ ਹਾਂ। ਜੀ ਬਿਲਕੁਲ ਸ਼ਾਂਤਮਈ ਢੰਗ ਨਾਲ ਉੱਥੇ ਗਏ ਨੇ। ਉਹਨਾਂ ਨੂੰ ਲੋਕਾਂ ਨੇ ਸਵਾਲ ਵੀ ਕੀਤੇ ਨੇ ਜਿਵੇਂ ਹੋਣੇ ਚਾਹੀਦੇ ਨੇ। ਜੀ ਤੇ ਨਵਜੋਤ ਸਿੰਘ ਸਿੱਧੂ ਉਦੋਂ ਕਿੱਥੇ ਸੀ? ਕਿਸਾਨ ਹਿਤੈਸ਼ੀ। ਉਦੋਂ ਵੀ ਇਹ ਪੰਜਾਬ ਦੇ ਵਿੱਚ ਇੱਕ ਇਕਾਈ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਸੀ। ਸਿਆਸਤ ਨੂੰ ਚਮਕਾਉਣ ਲਈ ਕਹਿ ਸਕਦੇ ਸਿਆਸਤ ਨੂੰ ਚਮਕਾਉਣ ਲਈ ਸਿਰਫ ਨਵਜੋਤ ਸਿੰਘ ਸਿੱਧੂ ਦੇ ਦਿਮਾਗ ਵਿੱਚ ਇਸ ਵੇਲੇ ਅਗਲੀਆਂ ਚੋਣਾਂ ਹਨ। ਜੀ ਹੁਣ ਗੰਨੇ ਦੀ ਗੱਲ ਕਰਦੇ ਹਾਂ। ਜੀ ਗੰਨੇ ਦੀ ਗੱਲ ਪਿਛਲੇ ਪ੍ਰੋਗਰਾਮਾਂ 'ਚ ਹੁੰਦੀ ਹੈ, ਰੋਜ਼ ਆ ਰਹੀ ਹੈ, ਜੀ ਧਰਨਾ ਚੱਲ ਰਿਹਾ। ਜੀ ਗੰਨਾ ਇੱਕ ਠੋਸ ਫਸਲ ਹੈ ਜੀ ਤੇ ਇਸ ਨੂੰ ਪੈਦਾ ਕਰਨ ਵਾਲੇ ਫਿਰ ਥੋੜੇ ਜਿਹਾ ਹੋਰ ਵੀ ਠੋਸ ਹੁੰਦੇ ਨੇ। ਜੀ ਗੰਨੇ ਦੇ ਬਾਰੇ ਰਾਜਨੀਤੀ ਪੰਜਾਬ ਵਿੱਚ ਕਦੇ ਇੱਕ ਖੂੰਜੇ ਤੋਂ ਦੂਸਰੇ 'ਚ, ਦੂਸਰੇ 'ਚੋਂ ਤੀਸਰੇ 'ਚ, ਤੀਸਰੇ 'ਚੋਂ ਚੌਥੇ 'ਚ। ਇਹ ਕੀ ਹੋਇਆ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਕੁਝ ਮਿੱਲਾਂ ਲਾਈਆਂ ਗਈਆਂ, ਫਿਰ ਕੋਆਪਰੇਟਿਵ ਅਦਾਰਿਆਂ ਨੂੰ ਸੌਂਪ ਦਿੱਤੀਆਂ ਗਈਆਂ। ਜੀ ਉਹਨਾਂ ਵਿੱਚੋਂ ਸਰਕਾਰ ਦੀ ਨਾਕਾਮੀ ਜ਼ਾਹਰ ਹੋਈ। ਸਰਕਾਰ ਉਹਨਾਂ ਨੂੰ ਚਲਾਉਣ ਤੋਂ ਅਸਮਰੱਥ ਨਜ਼ਰ ਆਈ। ਨਾ ਉਹਨਾਂ ਦੀ ਸਮਰੱਥਾ ਵਧਾ ਸਕੀ ਤੇ ਨਾ ਉਹਨਾਂ ਦੇ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਲਿਆ ਸਕੀ। ਚੰਗੀਆਂ ਸਥਾਨਾਂ ਤੇ ਲੱਗੀਆਂ ਹੋਈਆਂ ਮਿੱਲਾਂ ਬੇਕਾਰ ਹੋ ਗਈਆਂ। ਕਿਸਾਨਾਂ ਨੂੰ ਸਰਕਾਰ ਵੀ ਪੈਸੇ ਦੇਣ ਤੋਂ ਇਨਕਾਰੀ ਹੋ ਗਈ। ਕੋਆਪਰੇਟਿਵ ਮਿੱਲਾਂ ਦੇ ਪੈਸੇ ਹੀ ਕਿਸਾਨਾਂ ਨੂੰ ਨਹੀਂ ਮਿਲਦੇ ਸਨ। ਅਖੀਰ ਪ੍ਰਾਈਵੇਟ ਨੂੰ ਸੌਂਪ ਦਿੱਤੀਆਂ। ਬਣੀਆਂ ਬਣਾਈਆਂ ਮਿੱਲਾਂ ਵੀ ਉਹਨਾਂ ਨੂੰ ਕਈ ਸੌਂਪ ਦਿੱਤੀਆਂ ਗਈਆਂ। ਜੀ ਉਹ ਜ਼ਮੀਨਾਂ ਕਿਸਾਨਾਂ ਦੀਆਂ ਜੋ ਸਸਤੇ ਭਾਅ ਤੇ ਐਕਵਾਇਰ ਕਰਕੇ ਮਿੱਲਾਂ ਲਾਈਆਂ ਗਈਆਂ, ਇਹ ਕਹਿ ਕੇ ਕਿ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਕਿਸਾਨਾਂ ਦਾ ਗੰਨਾ ਚੁੱਕਿਆ ਜਾਵੇਗਾ। ਉਹ ਗੰਨਾ ਜਗਰਾਵਾਂ ਮਿਲ ਦੀ ਕਹਾਣੀ ਹੈ ਕਿ ਜਗਰਾਵਾਂ ਦੇ ਵਿੱਚ ਜੀਟੀ ਰੋਡ ਦੇ ਲਾਗੇ ਮਹਿੰਗੇ ਭਾਅ ਦੀ ਜ਼ਮੀਨ ਕਿਸਾਨਾਂ ਤੋਂ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਮੁਆਵਜ਼ਾ ਦੇ ਕੇ ਤੇ ਮਿੱਲ ਲਾਈ। ਮਿੱਲ ਕੋਈ ਸਮਾਂ ਚੱਲੀ, ਮਿੱਲ ਬੰਦ, ਉਹ ਜਗ੍ਹਾ ਕਿਸੇ ਹੋਰ ਨੂੰ ਦੇ ਦਿੱਤੀ ਗਈ ਤੇ ਕਿਸਾਨ ਅੱਜ ਉੱਥੇ ਜਿਹੜੇ ਨੇ ਉਹ ਸੜਕਾਂ ਤੇ ਆਉਣ ਲਈ ਮਜਬੂਰ ਨੇ। ਕਿੱਥੇ ਦੀ ਕਹਾਣੀ ਬਿਆਨ ਕਰੀਏ? ਜਗਰਾਵਾਂ ਵਾਲੀ ਮਿੱਲ ਪੁੱਟ ਕੇ ਫਰੀਦਕੋਟ ਵਾਲੀ ਭੋਗਪੁਰ ਹੁਣ ਥੋੜੀ ਵੱਡੀ ਕਰਨ ਲੱਗੇ ਨੇ ਤੇ ਪਤਾ ਨਹੀਂ ਕਿਹੜੀਆਂ ਹੋਰ ਸਹਿਕਾਰੀ ਮਿੱਲਾਂ ਉਹਨਾਂ ਦਾ ਬਣਨਾ ਕੀ ਹੈ। ਜਿਹੜੇ ਕੋਆਪਰੇਟਿਵ ਤੋਂ ਬਿਨਾਂ ਪ੍ਰਾਈਵੇਟ ਦੇ ਕੋਲ ਜਿਹੜੀਆਂ ਮਿੱਲਾਂ ਸਨ ਉਹ ਤਰੱਕੀ ਕਰਨ ਲੱਗ ਪਈਆਂ। ਵੱਡੇ ਵੱਡੇ ਪੋਲੀਟੀਸ਼ੀਅਨਾਂ ਦੇ ਕੋਲ, ਘਰਾਣਿਆਂ ਦੇ ਕੋਲ, ਪਰ ਸਰਕਾਰਾਂ ਦੀ ਇਜਾਰੇਦਾਰੀ ਉਹਨਾਂ ਤੇ ਬਣੀ ਰਹੀ। ਜੀ ਤੇ ਕੁਲਦੀਪ ਜੀ, ਇੱਥੇ ਮੇਰੇ ਮਨ 'ਚ ਸਵਾਲ ਪੈਦਾ ਹੋ ਰਿਹਾ ਹੈ ਕਿ ਕੈਪਟਨ ਸਰਕਾਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੇਂਦਰ ਨੂੰ ਪਹਿਲਾਂ ਲਾਹਨਤਾਂ ਪਾ ਰਹੀ ਸੀ ਤੇ ਹੁਣ ਆਪਣੇ ਸੂਬੇ 'ਚ ਕਿਸਾਨ ਉਹਦੇ ਖਿਲਾਫ ਨੇ, ਤੇ ਉਦੋਂ ਨਹੀਂ ਸੋਚਿਆ ਕੈਪਟਨ ਹੋਰਾਂ ਨੇ ਕਿ ਕਿਸਾਨਾਂ ਦੀ ਗੱਲ ਸੁਣ ਲਵਾਂ ਮੈਂ? ਇੰਨੀ ਜ਼ਿਆਦਾ ਪੋਟੈਂਸ਼ੀਅਲ ਹੈ ਇਸ ਮਾਮਲੇ 'ਚ ਜੇ ਸਰਕਾਰ ਸਮਝੇ। ਜਿਹੜੀ ਗੱਲ ਤੁਸੀਂ ਆਖੀ ਹੈ ਜੀ, ਸਰਕਾਰ ਸ਼ਾਇਦ ਇਸ ਨੂੰ ਸਮਝਦੀ ਨਹੀਂ। ਜੀ ਇਹ ਇੰਨਾ ਜ਼ਿਆਦਾ ਪੋਟੈਂਸ਼ੀਅਲ ਹੈ ਕਿ ਸਰਕਾਰ ਦੇ ਆਪਣੇ ਅੰਕੜਿਆਂ ਦੇ ਮੁਤਾਬਕ ਇੱਕ ਸੀਜ਼ਨ ਵਿੱਚ 6,60,000 ਲੱਖ ਕੁਇੰਟਲ ਗੰਨਾ ਜਿਹੜਾ ਹੈ ਪੀੜਿਆ ਜਾਂਦਾ ਹੈ। ਇਸ ਨੂੰ ਮੋਟੀ ਲੇਬਰ ਜੋ ਯੂਪੀ ਤੇ ਬਿਹਾਰ 99% ਗੰਨੇ ਦੀ ਛਿਲਾਈ ਜਿਹੜੀ ਹੈ ਉਹ ਯੂਪੀ ਦੀ ਤੇ ਬਿਹਾਰ ਦੀ ਲੇਬਰ ਕਰਦੀ ਹੈ। ਇਸ ਨੂੰ ਮੰਨ ਲਈਏ ਤਾਂ 400 ਕਰੋੜ ਦੇ ਰਕਮ ਜਿਹੜੀ ਕੱਲੀ ਛਿਲਾਈ ਦੀ ਲੇਬਰ ਬਣਦੀ ਹੈ। ਇਸ ਵਿੱਚ ਬਿਜਾਈ, ਗੁਡਾਈ, ਬਣਾਈ ਹੋਰ ਸਭ ਕੁਝ ਦੀ ਲੇਬਰ ਜੋੜੀ ਨਹੀਂ ਜਾਂਦੀ। ਇੰਨੀ ਰਕਮ ਜਾਂਦੀ ਹੈ। ਇੰਨਾ ਜ਼ਿਆਦਾ ਪੋਟੈਂਸ਼ੀਅਲ ਹੈ ਇਸ ਫੀਲਡ ਦੇ ਵਿੱਚ। ਸ਼ਰਾਬ ਦੇ ਕਾਰਖਾਨੇ ਹਰ ਮਿਲ ਦੇ ਵਿੱਚ ਤਕਰੀਬਨ ਲੱਗੇ ਹੋਏ ਨੇ ਤੇ ਸਰਕਾਰ ਜੇ ਇਸ ਨੂੰ ਚੈਨਲਾਈਜ਼ ਨਹੀਂ ਕਰ ਸਕਦੀ ਇਸ ਐਨਰਜੀ ਨੂੰ, ਤਾਂ ਸਰਕਾਰ ਦਾ ਫੇਲਰ ਹੈ। ਇਸ ਗੱਲ ਨੂੰ ਮੰਨਣਾ ਚਾਹੀਦਾ। ਹਰਿਆਣੇ ਵਿੱਚ 358 ਰੁਪਏ ਪ੍ਰਾਈਸ ਹੈ ਤੇ ਪੰਜਾਬ ਵਿੱਚ ਰੌਲਾ ਪਾ ਕੇ ਜਦੋਂ ਕਿਸਾਨਾਂ ਨੇ ਧਰਨਾ ਲਾਉਣ ਦਾ ਐਲਾਨ ਹੀ ਕਰ ਦਿੱਤਾ ਤੇ 310 ਤੋਂ 325 ਕੀਤੀ ਹੈ ਤੇ ਇਸ ਤੋਂ ਬਾਅਦ ਸਰਕਾਰ ਮੰਨ ਨਹੀਂ ਰਹੀ। ਇਸ ਵੱਡੇ ਜੰਕਸ਼ਨ ਤੇ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਹੈ। ਲੋਕ ਖੱਜਲ ਖੁਆਰ ਤਾਂ ਹੋ ਰਹੇ ਨੇ, ਪਰ ਕਿਸਾਨਾਂ ਦੇ ਗੱਲ ਇਹ ਦਿਮਾਗ 'ਚ ਪੈ ਚੁੱਕੀ ਹੈ ਕਿ ਜਿੰਨੀ ਦੇਰ ਤੱਕ ਧਰਨਾ ਨਹੀਂ ਲਾਓਗੇ ਤੁਹਾਡੀ ਕੋਈ ਮੰਗ ਮੰਨੀ ਨਹੀਂ ਜਾਣੀ। ਇਸ ਕਰਕੇ ਕਿਸਾਨਾਂ ਨੇ ਲਾਇਆ ਹੋਇਆ ਤੇ ਕਿਸਾਨ ਬਹਿ ਗਏ ਨੇ। ਸਰਕਾਰ ਸ਼ਾਇਦ ਸਮਝੀ ਬੈਠੀ ਹੋਵੇ ਕਿ ਇੱਕ ਅੱਧੇ ਦਿਨ ਦੇ ਵਿੱਚ ਇਹ ਨਿਬੜ ਜਾਵੇਗਾ, ਪਰ ਕਿਸਾਨਾਂ ਨੇ ਲੰਬਾ ਸੋਚ ਰੱਖਿਆ, ਇਹ ਲੰਬਾ ਚੱਲੇਗਾ। ਸਰਕਾਰ ਨੂੰ ਹੁਣ ਜਵਾਬ ਦੇਣਾ ਪਏਗਾ। ਜੀ ਤੇ ਕੁਲਦੀਪ ਜੀ, ਅਗਲੇ ਮੁੱਦੇ ਤੇ ਤੁਹਾਡੇ ਕੋਲ ਵਿਚਾਰ ਤੁਹਾਡੇ ਜਾਣਾਂਗੇ ਪਰ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ 'ਚ ਇਦਾਂ ਹੀ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਤੇ ਕੁਲਦੀਪ ਜੀ, ਕੈਪਟਨ ਤੇ ਨਵਜੋਤ ਸਿੰਘ ਸਿੱਧੂ ਲੋਕਾਂ ਨੂੰ ਇਹ ਦਰਸਾਉਂਦੇ ਕਿ ਅਸੀਂ ਇੱਕ ਦੂਜੇ ਦੇ ਵਿਰੋਧੀ ਹਾਂ, ਪਰ ਕੱਲ ਗਲਵਕੜੀਆਂ ਪਾਈਆਂ ਉਹਨਾਂ ਨੇ। ਇਹ ਫਿਰ ਸਿਆਸਤ ਨੂੰ ਸਿੱਧੇ ਰਾਹੀਂ ਪਾਉਣ ਵਾਲੀ ਹੈ ਜਾਂ ਇਹਦੇ ਵਿੱਚ ਕੋਈ ਦਾ ਪੇਚ ਨੇ? ਮੁਲਾਕਾਤ ਹੋਈ ਉਹਨਾਂ ਦੀ, ਕੀ ਵਿਚਾਰਿਆ ਉਹਨਾਂ ਨੇ ਰਲ ਕੇ? ਜਿਵੇਂ ਤੁਸੀਂ ਸਵਾਲ ਮੈਨੂੰ ਪੇਸ਼ ਕੀਤਾ ਨਾ ਪਾਇਆ, ਇਸ ਨੂੰ ਉਲਟ ਕਰਕੇ ਦੇਖੋ। ਤੁਸੀਂ ਕਿਹਾ ਕਿ ਉਹਨਾਂ ਲੋਕਾਂ ਨੂੰ ਦਿਖਾਉਂਦੇ ਨੇ ਕਿ ਅਸੀਂ ਵੱਖਰੇ ਹਾਂ ਤੇ ਵੈਸੇ ਗਲਵਕੜੀਆਂ ਪਾਈਆਂ ਹੋਈਆਂ। ਮੈਂ ਇਸ ਤੋਂ ਉਲਟ ਸਮਝਦਾ।
ਲੋਕਾਂ ਨੂੰ ਦਿਖਾਉਣ ਲਈ ਗਲਵਕੜੀਆਂ ਪਾਈਆਂ ਹੋਈਆਂ, ਜਦ ਕਿ ਸਥਿਤੀ ਇਸ ਤੋਂ ਬਹੁਤ ਉਲਟ ਹੈ। ਜੀ ਇਸ ਵਿੱਚ ਕੋਈ ਸ਼ੱਕ ਨਹੀਂ। ਜਿੱਥੇ ਮਰਜ਼ੀ ਇਹ ਤੁਸੀਂ ਗੱਲ ਅਜ਼ਮਾ ਕੇ ਵੇਖ ਸਕਦੇ ਹੋ। ਮੈਰਿਜ ਆਫ ਕਨਵੀਨੀਅੰਸ ਹੈ ਨਾ ਜੋ, ਜੀ ਕਿ ਆਪਣੀ ਸਹੂਲਤ ਲਈ ਇੱਕ ਦੂਸਰੇ ਨੂੰ ਗਲਵਕੜੀਆਂ ਪਾਉਣੀਆਂ, ਜੀ ਇਹ ਉਹ ਵਾਲਾ ਕੇਸ ਜ਼ਿਆਦਾ ਲੱਗਦਾ ਹੈ। ਜੀ ਅਸਲ ਵਿੱਚ ਜਿਹੜੀਆਂ ਚੋਣਾਂ ਨਾ ਫਰਵਰੀ 'ਚ ਆਉਣੀਆਂ ਜਾਂ ਉਸ ਤੋਂ ਪਹਿਲਾਂ ਵੀ ਹੋ ਜਾਣ ਤੇ ਮੈਂ ਕਹਿ ਨਹੀਂ ਸਕਦਾ, ਜੀ ਉਹ ਦੰਗਲ ਸਾਰਿਆਂ ਨੂੰ ਨਜ਼ਰ ਆ ਰਿਹਾ। ਕਦੇ ਸਰਕਾਰਾਂ ਨੇ ਕਦੇ ਕੋਈ ਇਸ ਤਰ੍ਹਾਂ ਦਾ ਸਮਾਗਮ ਕਰਾਉਣਾ ਹੋਵੇ, ਕੋਈ ਖੇਡ ਮੇਲਾ ਕਰਵਾਉਣਾ ਹੋਵੇ ਜਾਂ ਕੋਈ ਹੋਰ ਤਿਆਰੀ ਵੱਢਣੀ ਹੋਵੇ, ਜੀ ਹੜ੍ਹਾਂ ਦੇ ਆਉਣ ਤੋਂ ਪਹਿਲਾਂ ਜਾਇਜ਼ੇ ਲੈਣੇ ਹੋਣ, ਮੌਨਸੂਨ ਸੀਜ਼ਨ ਤੋਂ ਪਹਿਲਾਂ, ਜਾਂ ਫਸਲ ਸਾਂਭਣ ਦੀਆਂ ਤਿਆਰੀਆਂ ਪਹਿਲਾਂ ਕਰਨੀਆਂ ਹੋਣ, ਜੀ ਉਹਨਾਂ ਵਿੱਚ ਸਰਕਾਰ ਆਮ ਤੌਰ ਤੇ ਪਿੱਛੇ ਹੁੰਦੀ ਹੈ। ਜੀ ਤੇ ਆਪਣੀ ਸਹੂਲਤ ਲਈ ਇੱਕ ਚੋਣਾਂ ਅਜਿਹਾ, ਇਲੈਕਸ਼ਨ ਅਜਿਹਾ ਮੁੱਦਾ ਹੁੰਦਾ ਜਿਸ ਲਈ ਪਾਰਟੀਆਂ ਸਾਲ ਪਹਿਲਾਂ, ਡੇਢ ਸਾਲ ਪਹਿਲਾਂ ਹੀ ਲੱਗ ਜਾਂਦੀਆਂ ਨੇ ਇਸੇ ਕੰਮ 'ਚ। ਜੀ ਸੱਚ ਪੁੱਛੋ ਤਾਂ ਪੰਜਾਬ ਸਰਕਾਰ ਨੂੰ ਇਸ ਵੇਲੇ ਤਕਰੀਬਨ ਕੰਮ ਜਿਹੜੇ ਨੇ ਭਲਾਈ ਦੇ ਉਹ ਭੁੱਲੇ ਹੋਏ ਨੇ। ਜੀ ਨਹੀਂ, ਵੈਸੇ ਭੁੱਲੇ ਨਹੀਂ। ਉਹ ਕੈਪਟਨ ਹੋਰਾਂ ਨੇ ਪਿਛਲੇ ਦਿਨੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ, ਖਾਸ ਤੌਰ ਤੇ ਕਿ ਜਿਹੜੇ ਲੋੜਵੰਦ ਹੈ ਉਹ ਸਾਡੇ ਤੱਕ ਸਿੱਧੀ ਪਹੁੰਚ ਕਰ ਸਕਦੇ ਨੇ। ਇਸ ਤਰ੍ਹਾਂ ਦੇ ਨੰਬਰ ਪਹਿਲਾਂ ਵੀ ਜਾਰੀ ਕੀਤੇ ਸੀ। ਜੀ ਇਹ ਤੇ ਕੰਮ ਸਰਕਾਰ ਦੇ ਹਨ, ਪਰ ਅਸਲੋਂ ਜਿਹੜਾ ਕੰਮ ਚੱਲ ਰਿਹਾ ਨਾ ਬੈਕਡ੍ਰੌਪ ਦੇ ਵਿੱਚ, ਪਰਦੇ ਦੇ ਪਿੱਛੇ, ਜੀ ਉਹ ਇਹੋ ਹੀ ਚੱਲ ਰਿਹਾ ਕਿ 2022 ਦਾ ਮਿਸ਼ਨ ਜਿਹੜਾ ਪੰਜਾਬ ਹੈ ਜੀ ਉਸ ਨੂੰ ਕਿਵੇਂ ਫਤਿਹ ਕਰਨਾ। ਜੀ ਹੁਣ ਇੱਕ ਰਣਨੀਤੀ ਬਣਾਈ ਗਈ ਹੈ, ਕਹਿੰਦੇ 10 ਮੈਂਬਰੀ ਇੱਕ ਰਣਨੀਤੀ ਗਰੁੱਪ ਬਣਾਇਆ ਗਿਆ ਜਿਸ ਨੂੰ ਮਿਸ਼ਨ ਪੰਜਾਬ ਦਾ ਹੀ ਨਾਂ ਦਿੱਤਾ ਗਿਆ। ਜੀ ਇਸ ਵਿੱਚ ਕੌਣ ਨੇ? ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਅਰੁਣਾ ਚੌਧਰੀ, ਨਵਜੋਤ ਸਿੱਧੂ, ਕੁਲਜੀਤ ਨਾਗਰਾ, ਸੁਖਵਿੰਦਰ ਡੈਨੀ, ਸੰਗਤ ਸਿੰਘ ਗਿਲਜੀਆਂ, ਪਵਨ ਗੋਇਲ ਤੇ ਪ੍ਰਗਟ ਸਿੰਘ। ਜੀ ਹੁਣ ਇਹ ਬੈਲੈਂਸ ਜਿਹਾ ਬਣਾਤਾ। ਬਈ ਜਿਹੜੇ ਪਹਿਲੇ 3 ਵਿਅਕਤੀ ਜਿਹੜੇ ਮੈਂ ਨਾਮ ਲਏ ਨੇ, 4 ਲਏ ਨੇ, ਜੀ ਉਹ ਕੈਪਟਨ ਖੇਮੇ ਦੇ ਨੇ, ਜੀ ਤੇ ਬਾਕੀ ਜਿਹੜੇ ਨਵੇਂ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਜਿਹੜੇ ਉਹਨਾਂ ਦੇ ਨਾਲ ਬਣਾਏ ਨੇ ਜੀ ਉਹ ਨੇ। ਹੁਣ ਉਹਨਾਂ ਨੂੰ ਬਣਾਇਆ, ਪਰ ਇਹ ਐਵੇਂ ਨਹੀਂ ਬਣਾਇਆ। ਜੀ ਕੁਲਜੀਤ ਸਿੰਘ ਨਾਗਰਾ ਨੇ ਕੁਝ ਦਿਨ ਪਹਿਲਾਂ ਇਹ ਗੱਲ ਆਖ ਦਿੱਤੀ ਸੀ ਕਿ ਸ਼ਾਇਦ ਇਹ ਜਿਹੜਾ ਰੌਲਾ ਰੱਪਾ ਜਿਹਾ ਚੱਲ ਰਿਹਾ ਕਿਤੇ ਅਹੁਦੇ ਲੈਣ ਦੀ ਦੌੜ ਹੀ ਹੈ, ਜੀ ਜਿਸ ਦੇ ਵਿੱਚ ਵੀ ਕੁਝ ਹੈ। ਜੀ ਪਰ ਹੁਣ ਇੱਕ ਇਹ ਕਿਹਾ ਜਾਂਦਾ ਸੀ, ਮਾਹਿਰਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਇੱਕ ਤੇ ਹੋਈ ਪੰਜਾਬ ਸਰਕਾਰ ਜੀ ਤੇ ਇੱਕ ਕਾਂਗਰਸ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਜੀ ਉਹ ਕੁਝ ਕਹਿੰਦੇ ਨੇ ਤੇ ਉਹ ਕੁਝ ਕਹਿੰਦੇ ਨੇ। ਜੀ 2 ਸਰਕਾਰਾਂ ਪੈਰਲਲ ਚੱਲ ਰਹੀਆਂ ਨੇ। ਜੀ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਸਮਝੌਤੇ ਰੱਦ ਕਰ ਦੇਵਾਂਗੇ, ਆਹ ਹੋ ਜਾਊਗਾ, ਆਹ ਹੋ ਜਾਊਗਾ, ਜਦ ਕਿ ਸਰਕਾਰ ਦੀ ਬਾਗਡੋਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੈ, ਮੁੱਖ ਮੰਤਰੀ ਨੇ ਉਹ। ਜੀ ਤੇ ਇਹਨਾਂ ਵਿੱਚ ਤਾਲਮੇਲ ਕਿਵੇਂ ਦਾ ਹੈ? ਉਸ ਪਾੜੇ ਨੂੰ ਮਿਟਾਉਣ ਲਈ ਕਿ ਗੱਲ ਤੇ ਘੱਟੋ ਘੱਟ ਇੱਕੋ ਜਿਹੀ ਕੀਤੀ ਜਾਵੇ। ਜੀ ਹਾਂਜੀ, ਅੰਦਰ ਭਾਵੇਂ ਜਿਵੇਂ ਮਰਜ਼ੀ ਹੋਈਏ, ਜੀ ਤੇ ਗੱਲ ਇੱਕ ਸਲਾਹ ਕਰਕੇ ਜਿਹੜੇ ਬਿਆਨ ਆ ਉਹ ਦਿੱਤੇ ਜਾਣ। ਜੀ ਹੁਣ ਸਾਰਿਆਂ ਦੇ ਵਿੱਚੋਂ ਜਿੰਨਿਆਂ ਦੇ ਨਾਮ ਨੇ, ਸਾਰੇ ਚਲੋ ਮੰਨ ਜਾਣਗੇ। ਜੀ ਕੀ ਨਵਜੋਤ ਸਿੰਘ ਸਿੱਧੂ ਵੀ ਇਸ ਤਰ੍ਹਾਂ ਚੁੱਪ ਰਹਿਣਗੇ? ਨਹੀਂ, ਉਹ ਤਾਂ ਨਹੀਂ, ਉਹ ਤਾਂ ਬੋਲਣਗੇ ਹੀ ਵੈਸੇ। ਬੋਲਣਾ ਬਣਦਾ ਵੀ ਹੈ। ਜੀ ਜੇ ਚੁੱਪ ਰਹੇ ਤੇ ਅੱਜ ਤੱਕ ਉਹਨਾਂ ਨੇ ਬੇਸਿਕਲੀ ਜਿੰਨਾ ਕੁਝ ਉਹਨਾਂ ਨੇ ਆਖਿਆ ਹੈ, ਜੀ ਉਹਨਾਂ ਦੇ ਫੇਵਰ 'ਚ 1-2 ਗੱਲਾਂ ਹੀ ਜਾਂਦੀਆਂ ਨੇ। ਇੱਕ ਤਾਂ ਇਹ ਨੇ ਕਿ ਉਹਨਾਂ ਤੇ ਕਰਪਸ਼ਨ ਦਾ ਕੋਈ ਇਲਜ਼ਾਮ ਨਹੀਂ ਹੈ, ਜੀ ਤੇ ਦੂਸਰਾ ਉਹ ਬੇਬਾਕ ਹੋ ਕੇ ਗੱਲ ਕਰਦੇ ਨੇ, ਬੋਲਦੇ ਨੇ। ਜੀ ਪਰ ਕੁਲਦੀਪ ਜੀ, ਪਰ ਇੰਨਾ ਕੁਝ ਹੁੰਦਾ ਹੈ, ਇਮਾਨਦਾਰ ਵੀ ਨੇ, ਬੇਬਾਕ ਬੋਲਦੇ ਵੀ ਨੇ, ਪਰ ਉਹਨਾਂ ਨੇ ਪੰਜਾਬ ਨੂੰ ਦਿੱਤਾ ਕੀ? ਗੱਲ ਇਹਦੀ ਕਰਦੇ ਮੈਂ ਉੱਥੇ ਆਉਣ ਲੱਗਾ ਸੀ। ਮੈਂ 2 ਗੱਲਾਂ ਜਿਹੜੀਆਂ ਕਿਹਾ ਸੀ ਕਿ 2 ਜਿਹੜੀਆਂ ਉਹਨਾਂ ਦੇ ਹੱਕ ਵਿੱਚ ਨੇ, ਦੋਨੇ ਹੋ ਚੁੱਕੀਆਂ ਨੇ। ਜੀ ਇਮਾਨਦਾਰ ਵੀ ਨੇ, ਬੇਬਾਕ ਵੀ ਨੇ, ਪਰ ਉਹਨਾਂ ਨੇ ਕੀਤਾ ਕੀ ਹੈ, ਦਿੱਤਾ ਕੀ ਨਾਲੋਂ ਮੈਂ ਕਹਾਂਗਾ ਕਿ ਉਹਨਾਂ ਨੇ ਕੀਤਾ ਕੀ ਹੈ। ਜੀ ਇਹ ਸਿਰਫ ਉਹਨਾਂ ਨੇ ਆਵਾਜ਼ ਹੀ ਉਠਾਈ ਹੈ, ਬੇਬਾਕੀ ਨਾਲ ਬੋਲਿਆ ਹੈ। ਜੀ ਇਸ ਗੱਲ ਦਾ ਕ੍ਰੈਡਿਟ ਵੀ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਕਿਉਂਕਿ ਅੱਜ ਤੱਕ ਕੋਈ ਬੇਬਾਕੀ ਨਾਲ ਬੋਲਿਆ ਬਹੁਤ ਘੱਟ ਹੈ। ਜੀ ਜੇ ਕੋਈ ਬੋਲਿਆ ਜਾਂ ਪੂੰਝ ਕੇ ਰੱਖ ਦਿੱਤਾ ਗਿਆ ਇੱਕ ਪਾਸੇ, ਤੇ ਜਾਂ ਉਹਨੂੰ ਇੰਨਾ ਮਜਬੂਰ ਕਰ ਦਿੱਤਾ ਗਿਆ, ਕਿਸੇ ਪਾਸਿਓਂ ਉਹਨੂੰ ਘੁੱਟਿਆ ਗਿਆ, ਤੇ ਫਿਰ ਉਹ ਉਸੇ ਸੁਰ ਵਿੱਚ ਬੋਲਣ ਲਈ ਮਜਬੂਰ ਹੋ ਗਿਆ। ਮਨਪ੍ਰੀਤ ਸਿੰਘ ਬਾਦਲ ਇਸੇ ਦੇ ਉਦਾਹਰਨ ਨੇ। ਜੀ 1-2 ਦਿਨ ਪਹਿਲਾਂ ਰੌਲਾ ਵੀ ਪੈਣ ਲੱਗ ਪਿਆ ਸੀ। ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਅਕਾਲੀ ਦਲ ਦੇ ਖੇਮੇ 'ਚ ਆ ਗਏ ਨੇ। ਜੀ ਬਹੁਤ ਕਲੋਜ਼ ਰਿਸ਼ਤੇਦਾਰੀ ਹੈ ਤੇ ਉਹਨਾਂ ਦੇ ਨਾਲ PPP ਦੇ ਵਿੱਚ ਵੀ ਰਹੇ ਨੇ। ਜੀ ਤੇ ਕੀ ਮਨਪ੍ਰੀਤ ਬਾਦਲ ਵੀ ਮੋੜ ਕੱਟਣਗੇ? ਖੈਰ, ਜਾਪਦਾ ਨਹੀਂ। ਜੀ ਹੁਣ ਮਨਪ੍ਰੀਤ ਬਾਦਲ ਇਸ 10 ਮੈਂਬਰੀ ਰਣਨੀਤੀ ਗਰੁੱਪ ਦੇ ਵਿੱਚ ਸ਼ਾਮਲ ਨੇ ਕਿ ਅਗਾਂਹ ਕੀ ਕਰਨਾ ਹੈ। ਜੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਇਸ ਰਣਨੀਤੀ ਗਰੁੱਪ ਦੀ ਅਗਵਾਈ ਕਰਨਗੇ। ਜੀ ਇਹ ਸਿਰਫ ਔਰ ਸਿਰਫ ਚੋਣਾਂ ਨੂੰ ਲੈ ਕੇ, ਚੋਣਾਂ ਦੇ ਮੱਦੇਨਜ਼ਰ ਚੋਣ ਰਣਨੀਤੀ ਤਿਆਰ ਕਰਨ ਵਾਸਤੇ ਬਣਾਇਆ ਗਿਆ ਗਰੁੱਪ ਹੈ। ਇਸ ਤੋਂ ਬਾਅਦ ਇਸ ਵਿੱਚੋਂ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਉਂਦੀ। ਜੀ ਪਰ ਇੱਕ ਗੱਲ ਉਹਨਾਂ ਨੇ ਕੀਤੀ ਹੈ ਜਿਹੜਾ ਤਾਂ ਕਿ ਲੋਕਾਂ ਨੂੰ ਲੱਗੇ ਨਾ ਕਿ ਰਣਨੀਤੀ ਗਰੁੱਪ ਜਿਹੜਾ ਹੈ ਸਿਰਫ ਚੋਣਾਂ ਵਾਸਤੇ ਬਣਾਇਆ ਗਿਆ। ਜੀ ਉਹ ਕੀ ਕੀਤੀ ਹੈ ਜੀ ਕਿ ਕਾਂਗਰਸ ਭਵਨ ਜਿਹੜਾ, ਜਿਸ ਦੇ ਬਾਰੇ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਵੀ ਨਾ ਹੋਵੇ, ਪਰ ਨਵਜੋਤ ਸਿੰਘ ਸਿੱਧੂ
ਦੀ ਸੋ ਕਾਲਡ ਤਾਜ਼ਪੋਸ਼ੀ ਦੇ ਮੌਕੇ ਤੇ ਇੰਨਾ ਮਸ਼ਹੂਰ ਹੋ ਗਿਆ ਜੀ ਕਿ ਹੁਣ ਸਾਰੇ ਸਮਾਗਮ ਉੱਥੇ ਹੁੰਦੇ ਨੇ, ਝੰਡਾ ਵੀ ਉੱਥੇ ਚਾੜਿਆ ਗਿਆ, ਭਾਵੇਂ ਕਿ ਡਾਇਸ ਜਿਸ ਤੇ ਉਹ ਬੋਲ ਰਿਹਾ ਸੀ ਬਾਹਾਂ ਖਿਲਾਰ ਕੇ ਉਹਨੇ ਇੰਨੇ ਕੌੜੇ ਲਫ਼ਜ਼ ਬੋਲੇ, ਇਸ ਤਰ੍ਹਾਂ ਦੇ ਸਪੀਚ ਦਿੱਤੀ ਜਿਸ ਦੇ ਬਾਰੇ ਬੜੀ ਆਲੋਚਨਾ ਵੀ ਉਹਨਾਂ ਦੀ ਹੋਈ ਹੈ। ਉੱਥੇ ਤਿਰੰਗੇ ਨਾਲੋਂ ਜ਼ਿਆਦਾ ਤੇ ਹੱਥ ਦੇ ਨਿਸ਼ਾਨ ਜਿਹੜੇ ਸੀ ਜ਼ਿਆਦਾ ਵੇਖੇ ਜਾ ਸਕਦੇ। ਖੈਰ ਕਾਂਗਰਸ ਭਵਨ ਹੈ, ਕਾਂਗਰਸ ਦਾ ਆਪਣਾ ਦਫ਼ਤਰ ਹੈ, ਜੀ ਉੱਥੇ ਕਹਿੰਦੇ ਨੇ ਕਿ ਮੀਟਿੰਗਾਂ ਹੋਈਆਂ ਕਰਨਗੀਆਂ ਤੇ ਨਵਜੋਤ ਸਿੰਘ ਸਿੱਧੂ ਨੇ ਤਾਂ ਪਹਿਲੇ ਦਿਨ ਕਿਹਾ ਸੀ ਕਿ ਮੈਂ ਉੱਥੇ ਪੱਕਾ ਬਿਸਤਰਾ ਆਪਣਾ ਲਾ ਲੈਣਾ। ਖੈਰ ਲੱਗਦਾ ਨਹੀਂ ਕਿ ਉੱਥੇ ਉਹਨਾਂ ਦਾ ਬਿਸਤਰਾ ਲੱਗਾ ਹੋਵੇਗਾ। ਨਹੀਂ, ਵੈਸੇ ਮੀਡੀਆ 'ਚ ਫੋਟੋ ਆ ਗਈ ਸੀ ਕਿ ਬੈੱਡ ਸੈੱਟ ਹੋ ਰਿਹਾ, ਗੱਦੇ ਸੈੱਟ ਕੀਤੇ ਜਾ ਰਹੇ ਪਰ ਜਿੰਨਾ ਉਹ ਘੁੰਮ ਰਹੇ ਨੇ ਮੈਨੂੰ ਲੱਗਦਾ ਨਹੀਂ ਉੱਥੇ ਰਾਤ ਨੂੰ ਪਹੁੰਚ ਜਾਂਦੇ ਇਹ ਵੀ ਸੱਚ ਹੈ, ਅਨਲੈਸ ਕਿ ਉਹਨਾਂ ਕੋਲ ਕੋਈ ਹੈਲੀਕਾਪਟਰ ਹੋਵੇ, ਜਿਹੜਾ ਕਿ ਨਹੀਂ ਹੈ। ਜੀ ਹੁਣ ਉੱਥੇ ਕਹਿੰਦੇ ਨੇ ਕਿ ਤਾਲਮੇਲ ਉੱਥੇ ਕਮੇਟੀ ਨਾਲ ਉੱਥੇ ਬਿਠਾਇਆ ਜਾਵੇਗਾ। ਜੀ ਇਸ ਵਿੱਚ ਇਹਨਾਂ ਵਿਅਕਤੀਆਂ ਨੂੰ ਜਿਹੜਾ ਹੈ ਲੋਕਾਂ ਦੇ ਮਸਲਿਆਂ ਲੈ ਕੇ ਆਉਣਗੇ ਵਿਧਾਇਕ ਜੀ ਤੇ ਵਜ਼ੀਰ ਜਿਹੜੇ ਹਨ ਉਹਨਾਂ ਨਾਲ ਤਾਲਮੇਲ ਪੈਦਾ ਕਰਨਗੇ ਕਿ ਆਸ ਐਮਐਲਏ ਦਾ ਆਹ ਮਸਲਾ ਹੈ ਤੇ ਇਸ ਵਜ਼ੀਰ ਨੇ ਹੱਲ ਕਰਨਾ ਹੈ ਤੇ ਉਹ ਇੱਕ ਖਾਸ ਮਕਸੂਦ ਦਿਨ ਤੇ ਉੱਥੇ ਦੋਵੇਂ ਤਰ੍ਹਾਂ ਹਾਜ਼ਰ ਹੋਇਆ ਕਰਨਗੀਆਂ। ਜੀ ਜੇ ਨਹੀਂ ਹੋ ਸਕਦਾ, ਕੋਈ ਪ੍ਰੋਬਲਮ ਹੈ ਤੇ ਫਿਰ ਉਹ ਅਗਲੇ ਮੰਤਰੀ ਨਾਲ ਮਹਿਕਮਾ ਬਦਲ ਕੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਤਾਲਮੇਲ ਜਿਹੜਾ ਬਿਠਾਉਣ ਦਾ ਯਤਨ ਕੀਤਾ ਜਾਵੇਗਾ। ਲੋਕਾਂ ਨੂੰ ਦੱਸਣ ਦਾ ਯਤਨ ਕੀਤਾ ਜਾ ਰਿਹਾ ਕਿ ਅਸੀਂ ਹੁਣ ਤੁਹਾਡੇ ਮਸਲੇ ਹੱਲ ਕਰਨ ਲਈ ਵਚਨਬੱਧ ਹਾਂ ਤੇ 18 ਨੁਕਾਤੀ ਏਜੰਡਾ ਜਿਹੜਾ ਪਹਿਲਾਂ ਲੈ ਕੇ ਚੱਲੇ ਸੀ ਨਵਜੋਤ ਸਿੱਧੂ, ਉਹ ਅਜੇ ਸਹਿਕਦਾ ਹੈ। ਜੀ ਹਾਂਜੀ, ਜਿਉਂਦਾ ਹੈ ਤੇ ਸਹਿਕਦਾ ਹੈ, ਅਜੇ ਖਤਮ ਨਹੀਂ ਹੋਇਆ ਤੇ ਉਸ ਵਿੱਚੋਂ ਕੁਝ ਇੱਕ ਨੁਕਤਿਆਂ ਨੂੰ ਅਸੀਂ ਹੱਥ ਪਾ ਲਿਆ ਹੈ ਤੇ ਅਸੀਂ ਮਸਲੇ ਹੱਲ ਕਰਨੇ ਨੇ। ਪਹਿਲਾਂ ਸਾਰਾ ਸਾਲ 4.5 ਸਾਲ ਸੁੱਤੇ ਰਹਿ ਗਏ ਤੇ 6 ਮਹੀਨੇ ਰਹਿੰਦੇ ਇਹਨਾਂ ਨੂੰ ਲੋਕਾਂ ਦੇ ਕੰਮ ਚੇਤੇ ਆ ਗਏ। ਕੰਮ ਤੇ ਲੋਕਾਂ ਦੇ ਚੇਤੇ ਆਉਣੇ ਸੀ, ਪਰ ਅਜੇ ਵੀ ਜਿਹੜੀ ਤੁਸੀਂ ਸਵਾਲ ਸ਼ੁਰੂ ਜਿੱਥੋਂ ਕੀਤਾ ਸੀ, ਮੈਂ ਉੱਥੇ ਵਾਪਸ ਜਾ ਕੇ ਕਹਿਣਾ ਚਾਹਾਂਗਾ ਕਿ ਇਹ ਇੱਕ ਸਹੂਲਤ ਲਈ ਆਪਣੀ ਲਈ ਕੀਤਾ ਗਿਆ ਇਕੱਠ ਹੈ। ਇਹ ਚੋਣਾਂ ਦੇ ਮੱਦੇਨਜ਼ਰ ਹੈ। ਨਵਜੋਤ ਸਿੰਘ ਸਿੱਧੂ ਜੇ ਅੱਜ ਵੀ ਇਸ ਰਣਨੀਤੀ ਦੇ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਕਿਸਾਨੀ ਸਟੇਟ ਹੈ, ਕਿਸਾਨ ਸੜਕਾਂ ਤੇ ਬਹਿ ਗਏ ਨੇ ਅੱਜ ਪੰਜਾਬ ਦੇ, ਇਕੱਲੇ ਜਲੰਧਰ ਨਹੀਂ ਬੈਠੇ ਹੋਏ, ਹੋਰ ਵੀ ਕਈ ਜਗ੍ਹਾ ਤੇ ਬਹਿ ਗਏ ਨੇ। ਰੇਲਾਂ ਜਾਮ ਹੋ ਰਹੀਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਕੋਲਾ ਵੀ ਘਟੇਗਾ, ਬਿਜਾਈ ਦਾ ਸੀਜ਼ਨ ਹੈ, ਕਿਸਾਨਾਂ ਵਾਸਤੇ ਖਾਦ ਵੀ ਘਟੇਗੀ। ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦੀ ਫਿਕਰ ਵੱਧ ਹੋਣੀ ਚਾਹੀਦੀ ਹੈ। ਪ੍ਰਗਟ ਸਿੰਘ ਦੇ ਹਲਕੇ ਦੇ ਵਿੱਚ ਲੱਗਿਆ ਹੋਇਆ ਧਰਨਾ ਹੈ ਉਹ, ਤੇ ਪ੍ਰਗਟ ਸਿੰਘ ਉੱਥੇ ਪਹੁੰਚੇ ਹੋਏ ਨੇ, ਹਾਲਾਂਕਿ ਉਹਨਾਂ ਦੀ ਵਿਰੋਧਤਾ ਨਹੀਂ ਹੈ, ਮੁੱਦਿਆਂ ਨੂੰ ਬੜੇ ਵਾਜਬ ਤਰੀਕੇ ਨਾਲ ਉਹਨਾਂ ਨੇ ਰੱਖਿਆ। ਇੱਕ ਪ੍ਰਾਪਤੀ ਉਹਨਾਂ ਦੀ ਹਾਕੀ ਵਾਲੀ ਤੇ ਸਾਡੇ ਸਾਹਮਣੇ ਆ ਗਈ ਹੈ ਤੇ ਹੋਰ ਵੀ ਉਹਨਾਂ ਨੇ ਜਿਹੜੇ ਮੁੱਦੇ ਉਠਾਏ ਨੇ ਉਹਨਾਂ ਮੁੱਦਿਆਂ ਦੀ ਗੱਲ ਕਰਨ ਦਾ ਮੌਕਾ ਹੈ। ਜੇ ਸਾਰੀ ਗੱਲ ਚੰਡੀਗੜ੍ਹ ਤੋਂ ਹੀ ਚੱਲਣੀ ਹੈ ਤੇ ਰਾਜ ਭਵਨ ਚੋਂ ਹੀ ਜਿਹੜਾ ਇੱਕ ਪੰਜਾਬ ਦਾ ਭਵਿੱਖ ਨਿਕਲਣਾ ਹੈ, ਰਾਜ ਭਵਨ ਨੇ ਕਾਂਗਰਸ ਭਵਨ ਦੇ ਵਿੱਚੋਂ ਨਿਕਲਣਾ ਹੈ ਤੇ ਫਿਰ ਚਲੋ ਨਿਕਲਣ ਦਿਓ, ਸਰਕਾਰ ਵੀ ਉਹਨਾਂ ਦੀ ਹੈ, ਨਿਕਲਣਾ ਚਾਹੀਦਾ, ਪਰ ਕੁਝ ਠੋਸ ਨਿਕਲੇ। ਕਿਸਾਨਾਂ ਨਾਲ ਗੱਲ ਜਿਹੜੀ ਆ ਉਹ ਜ਼ਰੂਰੀ ਅੱਜ ਹੀ ਕਰਨੀ ਚਾਹੀਦੀ ਹੈ। ਜੀ ਤੇ ਕੁਲਦੀਪ ਜੀ, ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਆਪਣੇ ਕੰਨ ਖੋਲੇਗੀ ਤੇ ਗੰਨਾ ਕਾਸ਼ਤਕਾਰਾਂ ਦੇ ਮੁੱਦਿਆਂ ਨੂੰ ਛੇਤੀ ਹੱਲ ਕਰੇਗੀ। ਹੁਣ ਗੱਲ ਕਰਦੇ ਹਾਂ ਸੁਮੇਧ ਸਿੰਘ ਸੈਣੀ ਦੀ ਰਿਹਾਈ ਤੇ ਗ੍ਰਿਫਤਾਰੀ। ਇਹ ਜਿਹੜਾ ਸਾਰਾ ਖੇਡ ਇੱਕ ਫਿਲਮੀ ਸੀਨ ਵਾਂਗ ਵਾਪਰ ਗਿਆ ਤੇ ਸੱਚਮੁੱਚ ਸੈਣੀ ਇੰਨੇ ਤਾਕਤਵਰ ਨੇ ਜਾਂ ਪੰਜਾਬ ਸਰਕਾਰ ਨੂੰ ਨਹੀਂ ਸੀ ਪਤਾ ਕਿ ਕਾਨੂੰਨ ਦੇ ਜਿਹੜੀਆਂ ਲਾਈਨਾਂ ਨੇਗੀਆਂ, ਕਾਨੂੰਨ ਕੀ ਕਹਿੰਦਾ ਹੈ, ਕਿੱਦਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿ ਨਹੀਂ? ਤੁਹਾਨੂੰ ਯਾਦ ਹੋਵੇ ਪਿਛਲੇ ਸਾਲ ਵੀ ਖਬਰਾਂ ਆਈਆਂ ਸੀ ਕਿ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਵਾਸਤੇ ਉਹਨਾਂ ਦੇ ਜੱਦੀ ਪਿੰਡ ਵਿੱਚ, ਉਹਨਾਂ ਦੇ ਜੱਦੀ ਘਰ ਤੇ ਵੀ ਛਾਪੇਮਾਰੀ ਕੀਤੀ ਗਈ ਜੀ। ਕੇਸ ਦੇ ਵਿੱਚ ਲੋੜ ਸੀ, ਖੈਰ ਉਹ ਦਿੱਲੀ ਚਲੇ ਗਏ, ਕੁਝ ਹੋ ਗਿਆ, ਜ਼ਮਾਨਤ ਮਿਲ ਗਈ ਜੀ। ਤੇ ਬਾਅਦ ਵਿੱਚ ਹੁਣ ਖਬਰ ਆਉਂਦੀ ਹੈ ਕਿ ਅੱਧੀ ਰਾਤ ਨੂੰ ਵਿਜੀਲੈਂਸ ਵਾਲਿਆਂ ਨੇ ਉਹਨਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਗ੍ਰਿਫਤਾਰ ਕਰ ਲਿਆ ਜੀ। ਜੇਲ੍ਹ ਦੇ ਵਿੱਚੋਂ ਹੀ, ਹਵਾਲਾਤ ਦੇ ਵਿੱਚੋਂ, ਸਲਾਖਾਂ ਦੇ ਪਿੱਛੇ ਬੈਠੇ ਹੋਏ ਚਿੱਟੇ ਕੱਪੜਿਆਂ ਦੇ ਵਿੱਚ ਸੁਮੇਧ ਸਿੰਘ ਸੈਣੀ ਦੀਆਂ ਫੋਟੋਆਂ ਵੀ ਵਾਇਰਲ ਹੋ ਗਈਆਂ ਜੀ। ਇੱਕ ਸਾਬਕਾ ਡੀਜੀਪੀ ਗ੍ਰਿਫਤਾਰ ਹੋਵੇ, ਵਿਜੀਲੈਂਸ ਦੀ ਹਵਾਲਾਤ ਹੋਵੇ ਜੀ, ਤੇ ਇਸ ਤਰ੍ਹਾਂ ਫੋਟੋਆਂ ਬਾਹਰ ਆ ਜਾਣ ਜੀ, ਇੰਨੀ ਮਾੜੀ ਸਿਕਿਉਰਿਟੀ। ਦੂਸਰੀ ਗੱਲ, ਸੁਮੇਧ ਸਿੰਘ ਸੈਣੀ ਕਿਉਂਕਿ ਪੰਜਾਬ ਦੇ ਉਸ ਮਾੜੇ ਸਮੇਂ ਦੇ ਵਿੱਚ ਇੱਥੇ ਮਿਡਲ ਦੇ ਵਿੱਚ, ਕੇਂਦਰ ਦੇ ਵਿੱਚ ਰਹੇ ਨੇ ਜੀ, ਉਹਨਾਂ ਤੇ ਜ਼ਾਤੀ ਹਮਲੇ ਵੀ ਹੋਏ ਨੇ ਜੀ, ਜਾਨੀ ਹਮਲਾ ਉਹਨਾਂ ਤੇ ਹੋਇਆ, ਕਾਤਲਾਨਾ ਹਮਲਾ। ਉਸ ਕਾਤਲਾਨਾ ਹਮਲੇ ਦੇ ਵਿੱਚ ਉਹ ਬਚ ਗਏ ਸਨ ਜੀ, ਪਰ ਉਹਨਾਂ ਨੂੰ Z+ ਸਿਕਿਉਰਿਟੀ ਮਿਲੀ ਹੋਈ ਹੈ ਜੀ। ਹੁਣ ਕੁਝ ਦਿਨ ਪਹਿਲਾਂ ਪੁਲਿਸ ਇਹ ਕਹਿ ਰਹੀ ਹੈ ਕਿ ਉਹਨਾਂ ਦਾ ਅਤਾ ਪਤਾ ਨਹੀਂ ਹੈ, ਅਸੀਂ ਛਾਪੇਮਾਰੀ ਕਰ ਰਹੇ ਉਹਨਾਂ ਨੂੰ ਫੜਨ ਵਾਸਤੇ। ਤੇ ਕੁਲਦੀਪ ਜੀ, ਇਸੇ ਗੱਲ ਨੂੰ ਆਪਾਂ ਅੱਗੇ ਤੋਰਾਂਗੇ ਪਰ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰਾਂ ਤੇ ਚਰਚਾ ਚੱਲਦੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਤੇ ਕੁਲਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਸੁਮੇਧ ਸੈਣੀ ਹੋਰਾਂ ਦੀ ਗੱਲ ਚੱਲ ਰਹੀ ਸੀ। ਜ਼ੈਡ ਸਿਕਿਉਰਿਟੀ ਤੁਸੀਂ ਕਹਿੰਦੇ ਉਹਨਾਂ ਨੂੰ ਮਿਲੀ ਹੋਈ, ਅੱਗੇ ਦੀ ਜਿਹੜੀ ਕਹਾਣੀ ਹੈ ਥੋੜੇ ਜਿਹੇ ਸ਼ਬਦਾਂ 'ਚ ਦੱਸ ਦਿਓ। ਦੇਖੋ, ਉਹ ਇਹ ਕਿਹਾ ਜਾਂਦਾ ਹੈ ਕਿ ਵਿਜੀਲੈਂਸ ਦੇ ਦਫ਼ਤਰ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉੱਥੇ ਗ੍ਰਿਫਤਾਰ ਕਰ ਲਿਆ ਜਾਂਦਾ। ਜੀ ਫੋਟੋਆਂ ਆਉਂਦੀਆਂ ਨੇ, ਸਾਰਿਆਂ ਨੇ ਦੇਖੀਆਂ। ਇੱਕ ਸਾਬਕਾ ਡੀਜੀਪੀ ਹੋਵੇ ਤੇ ਵਿਜੀਲੈਂਸ ਦਾ ਆਫਿਸ ਤੇ ਵਿਜੀਲੈਂਸ ਦੀ ਹਵਾਲਾਤ ਦੇ ਵਿੱਚ ਉਸ ਦੀਆਂ ਫੋਟੋਆਂ ਬਾਹਰ ਆ ਜਾਣ, ਜੀ ਕਿੰਨਾ ਵੱਡਾ ਸਿਕਿਉਰਿਟੀ ਦਾ ਮਸਲਾ ਹੈ। ਤੇ ਫੋਟੋਆਂ ਕਿਵੇਂ ਬਾਹਰ ਆਈਆਂ, ਇਸ ਦੀ ਜਾਂਚ ਹੋਈ? ਕਿਸੇ ਨੇ ਕੋ ਕਰਨ ਦੀ ਕੋਸ਼ਿਸ਼ ਹੋਵੇਗੀ? ਕਿਸੇ ਨੇ ਮੁੱਦਾ ਚੁੱਕਿਆ ਹੀ ਨਹੀਂ। ਮੁੱਦਾ ਨਹੀਂ ਚੁੱਕਿਆ। ਜੀ ਫਿਰ ਉਹਨਾਂ ਨੂੰ ਅਦਾਲਤ ਪੇਸ਼ ਕੀਤਾ ਜਾਂਦਾ ਹੈ। ਰਾਤ ਦੇ 2 ਵਜੇ ਤੱਕ ਕਾਰਵਾਈ ਚੱਲਦੀ ਆ ਉੱਥੇ। ਜੀ ਉੱਥੇ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਫਿਰ ਹੁਕਮਾਂ ਦੇ ਤਹਿਤ ਰਿਹਾ ਕੀਤਾ ਜਾਂਦਾ ਹੈ। ਜੀ ਜਿਹੜੇ ਵੱਡੇ ਕੇਸ ਸੁਮੇਧ ਸਿੰਘ ਸੈਣੀ ਤੇ ਚੱਲ ਰਹੇ ਨੇ, ਪਿਛਲੇ ਸਾਰੇ ਆਪਾਂ ਛੱਡ ਦਈਏ। ਜੀ ਸਿਟੀ ਸੈਂਟਰ ਦਾ ਮਸਲਾ ਲਾ ਲਓ, ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਹੋਰ ਜਿੰਨੇ ਪੁਰਾਣੇ ਸੀਗੇ, ਜੀ ਜਦੋਂ ਤੋਂ ਡੀਜੀਪੀ ਰਹੇ ਨੇ ਉਹ ਤੋਂ ਬਾਅਦ ਦੀ ਹੁਣ ਗੱਲ ਕਰਦੇ ਆ ਕਿ ਬਰਗਾੜੀ ਕਾਂਡ ਦੇ ਵਿੱਚ ਜਦੋਂ ਗੋਲੀ ਚੱਲਦੀ ਹੈ ਜੀ ਤੇ ਉਸ ਕੇਸ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਮੁੱਖ ਤੌਰ ਤੇ ਆਉਂਦਾ ਜੀ ਔਰ ਉਸ ਦੇ ਵਿੱਚ ਮੁੱਖ ਦੋਸ਼ੀ ਵਜੋਂ ਇਹਨਾਂ ਤੋਂ ਪੁੱਛ ਪੜਤਾਲ ਵੀ ਹੁੰਦੀ ਹੈ ਜੀ ਕਿ ਪੁਲਿਸ ਦੇ ਮੁਖੀ ਸਨ ਉਸ ਵੇਲੇ, ਕਿ ਇਹਨਾਂ ਦੇ ਹੁਕਮਾਂ ਤੇ ਹੋਇਆ ਸਾਰਾ ਕੁਝ। ਜੀ ਮੁਲਤਾਨੀ ਵਾਲਾ ਕੇਸ ਆ ਜਿਹੜਾ, ਮੁਲਤਾਨੀ ਨੂੰ ਅਗਵਾ ਕਰਕੇ ਮਾਰਿਆ ਗਿਆ ਪੁਲਿਸ ਦੀ ਹਿਰਾਸਤ ਦੇ ਵਿੱਚ, ਉਸ ਕੇਸ ਦੇ ਵਿੱਚ ਨਾਮਜ਼ਦ ਨੇ। ਜੀ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਸੁਮੇਧ ਸਿੰਘ ਸੈਣੀ ਦੀ ਵਿਜੀਲੈਂਸ ਦੇ ਮੁਤਾਬਕ ਇਹਨਾਂ ਦੋਨਾਂ ਕੇਸਾਂ 'ਚੋਂ ਕਿਸੇ ਵਿੱਚ ਗ੍ਰਿਫਤਾਰੀ ਨਹੀਂ ਹੋਈ। ਜੀ ਗ੍ਰਿਫਤਾਰੀ ਹੋਈ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਜਮ੍ਹਾਂ ਕਰਨ ਦੇ ਕੇਸ ਦੇ ਵਿੱਚ। ਜੀ ਤੁਸੀਂ ਪਰਮਿੰਦਰ ਜੀ ਹੁਣ ਤੱਕ ਆਮਦਨ ਤੋਂ ਵੱਧ ਜਿਹੜੇ ਜਾਇਦਾਦ ਦੇ ਕੇਸ ਨੇ, ਜੀ ਜਿੰਨੇ ਹੁਣ ਤੱਕ ਸੁਣੇ ਹੋਣਗੇ, ਕੋਈ ਅਨਲੈਸ ਕਿ ਕੋਈ ਬਹੁਤ ਭਗੌੜਾ ਵਿਅਕਤੀ ਹੋਵੇ ਜਿਸ ਦੇ ਮਗਰ ਕਈ ਰਾਜਾਂ ਦੀ ਪੁਲਿਸ ਪਈ ਹੋਵੇ ਜੀ ਤੇ ਉਹਦਾ ਪਤਾ ਨਾ ਹੋਵੇ, ਜੀ ਉਸ ਨੂੰ ਤੇ ਹੋ ਸਕਦਾ ਕਿਤੇ ਅੱਧੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ। ਜੀ ਇੱਕ ਸਾਬਕਾ ਪੁਲਿਸ ਮੁਖੀ ਨੂੰ ਜੀ ਨੋਟਿਸ ਵੀ ਨਹੀਂ ਦਿੱਤਾ ਗਿਆ ਜੀ ਪੇਸ਼ ਹੋਣ ਦਾ, ਤੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਰਾਤ ਨੂੰ ਇਸ ਤਰ੍ਹਾਂ ਅਰੈਸਟ ਕੀਤਾ ਜਾਵੇ, ਗੱਲ ਹਜਮ ਹੁੰਦੀ ਨਹੀਂ। ਤੇ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਕਾਨੂੰਨ ਘਾੜੇ ਜਿਹੜੇ ਕਾਨੂੰਨ ਦੇ ਰਖਵਾਲੇ ਨੇ, ਸੋਲਿਸਿਟਰ ਜਨਰਲ ਨੇ, ਉਹਨਾਂ ਨੂੰ ਨਹੀਂ ਪਤਾ ਸੀ ਵੀ ਇਹ ਕੀ ਕਾਨੂੰਨ ਦਾ ਹਿੱਸਾ ਹੈ ਕਿ ਨਹੀਂ ਹੈ। ਇਹੋ ਹੀ ਤਾਂ ਕਿਹਾ ਸਾਡੇ ਮੰਤਰੀ ਸਾਹਿਬਾਨ ਨੇ ਜੀ ਵੀ ਇਹ ਜਿਹੜੇ ਵੱਡੇ ਅਧਿਕਾਰੀ ਨੇ, ਐਡਵੋਕੇਟ ਜਨਰਲ ਨੇ ਜਾਂ ਹੋਰ ਜਿੰਨੇ ਅਧਿਕਾਰੀ ਜਿਹੜੇ ਇਸ ਸਾਰੇ ਰੌਲੇ ਰੱਪੇ ਦੇ ਵਿੱਚ ਜਿਨ੍ਹਾਂ ਦੇ ਫੇਲਿਅਰ ਸਾਬਤ ਹੋਇਆ ਔਰ ਇੱਕਦਮ ਅਦਾਲਤ ਨੇ ਇਸ ਤਰ੍ਹਾਂ ਝਾੜਾਂ ਪਾ ਕੇ ਉਹਨਾਂ ਨੂੰ ਰਿਹਾ ਕੀਤਾ ਹੈ, ਤੇ ਇਹਦਾ ਮਤਲਬ ਉਹਨਾਂ ਨੇ ਕਿਹਾ ਕਿ ਇਹਨਾਂ ਬੰਦਿਆਂ ਦੀ ਕੋਤਾਹੀ ਹੈ, ਇਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ। ਜੀ ਹੁਣ ਇੱਕ ਹੋਰ ਸਵਾਲ, ਇੱਕ ਵਿਅਕਤੀ ਜਿਸ ਨੂੰ ਜ਼ੈਡ ਸਿਕਿਉਰਿਟੀ ਮਿਲੀ ਹੋਈ ਹੋਵੇ, ਪੁਲਿਸ ਇਹ ਕਹਿ ਸਕਦੀ ਕਿ ਅਸੀਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨ ਲਈ ਛਾਪੇ ਮਾਰ ਰਹੇ ਹਾਂ? ਜੀ ਜਿਸ ਦੇ ਅੱਗੇ ਪਿੱਛੇ ਇੰਨੇ ਮੁਲਾਜ਼ਮ ਫਿਰਦੇ ਹੋਣ, ਜੀ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ। ਇੱਕ ਹੋਰ ਵੀ ਥਿਊਰੀ ਇਸ ਦੇ ਵਿੱਚ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਸੁਮੇਧ ਸਿੰਘ ਸੈਣੀ ਖੁਦ ਹੀ ਚੱਲ ਕੇ ਆਏ ਨੇ ਦਫ਼ਤਰ ਦੇ ਵਿੱਚ, ਤੇ ਜਦੋਂ ਉੱਥੇ ਆਪਣੇ ਸਿਕਿਉਰਿਟੀ ਦੇ ਨਾਲ ਪਹੁੰਚਦੇ ਨੇ, ਉਸ ਵੇਲੇ ਤੱਕ ਵਿਜੀਲੈਂਸ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਇੱਥੇ ਕੌਣ ਆ ਰਿਹਾ ਤੇ ਕੌਣ ਨਹੀਂ ਆ ਰਿਹਾ। ਜੀ ਸ਼ਾਇਦ ਸਰਕਾਰੇ ਦਰਬਾਰੇ ਕੋਈ ਇਸ ਤਰ੍ਹਾਂ ਦਾ ਕੁਝ ਅੰਦਰ ਖਾਤੇ ਚੱਲ ਰਿਹਾ ਹੋਵੇ ਜਿਹੜਾ ਸਾਨੂੰ ਤੇ ਤੁਹਾਨੂੰ ਨਹੀਂ ਪਤਾ। ਤੇ ਇਸ ਸਾਰੇ ਰੌਲੇ ਰੱਪੇ ਦੇ ਵਿੱਚ ਜੋ ਇੱਕ ਕਿਸਾਨ ਅੰਦੋਲਨ ਤੇ ਨਾਲ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਚਲਦਿਆਂ ਇੱਕ ਘਟਨਾ ਨੂੰ ਇੱਕ ਨਵਾਂ ਮੋੜ ਦੇਣ ਲਈ ਜਾਂ ਲੋਕਾਂ ਦਾ ਧਿਆਨ ਹੋਰ ਪਾਸੇ ਕਰਨ ਲਈ ਇਹ ਆਪੂ ਰਚਿਆ ਡਰਾਮਾ ਵੀ ਹੋ ਸਕਦਾ। ਕਈ ਮਾਹਿਰ ਇਹ ਵੀ ਆਖ ਰਹੇ ਨੇ। ਜੀ ਵੈਸੇ ਇੱਕ ਮੰਤਰੀ ਨੇ ਕੱਲ ਸਵਾਲ ਚੁੱਕੇ ਸੀ ਕਿ ਸਾਡੇ ਜਿਹੜੇ ਅਹੁਦੇਦਾਰ ਲਾਏ ਨੇ ਨਾ ਕਾਨੂੰਨੀ ਪੱਖ ਵੇਖਣ ਨੂੰ, ਉਹਨਾਂ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਕਿਉਂਕਿ ਉਹ ਕਾਨੂੰਨ ਦੇ ਬਾਰੇ 'ਚ ਤਾਂ ਕੁਝ ਜਾਣਦੇ ਨਹੀਂ। ਇਹ ਗੱਲਾਂ ਤੇ ਬਹੁਤ ਵਾਰੀ ਪਹਿਲਾਂ ਹੋ ਚੁੱਕੀਆਂ ਨੇ। ਜੀ ਸਰਕਾਰ ਤੇ ਇਸ ਕੰਮ ਤੇ ਉਂਗਲੀ ਪਹਿਲਾਂ ਹੀ ਉਠਾਈ ਜਾ ਚੁੱਕੀ ਹੈ। ਜਦੋਂ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ ਨੇ ਆਪਣੀ ਜਾਂਚ ਰਿਪੋਰਟ ਦਾਖਲ ਕੀਤੀ ਜੀ ਤੇ ਐਡਵੋਕੇਟ ਨੇ ਜਿਹੜਾ ਕੰਮ ਕਰਨਾ ਸੀ, ਉੱਥੇ ਸਰਕਾਰੀ ਵਕੀਲ ਨੇ ਕਰਨਾ ਸੀ, ਉਹ ਕੀਤਾ ਨਾ, ਉਹ ਪਹੁੰਚੇ ਨਹੀਂ ਤਾਂ ਅਦਾਲਤ ਨੇ ਚੁੱਕ ਕੇ ਰਿਪੋਰਟ ਜਿਹੜੀ ਹੈ ਬਾਹਰ ਮਾਰੀ ਹੈ। ਤੇ ਉਦੋਂ ਵੀ ਇਲਜ਼ਾਮ ਜਿਹੜੇ ਸੀ ਲੱਗੇ ਸੀ, ਤੇ ਹੁਣ ਸਰਕਾਰ ਨੇ ਜਵਾਬ ਦਿੱਤੇ ਜਾਂ ਨਹੀਂ ਦਿੱਤੇ, ਇਸ ਗੱਲ ਦਾ ਜਵਾਬ ਨਵਜੋਤ ਸਿੰਘ ਸਿੱਧੂ ਲੈ ਸਕਦੇ ਨੇ, ਕਿਉਂਕਿ ਇਹ ਵੀ ਨਾਂ ਉਦੋਂ ਲੈਂਦੇ ਰਹੇ ਨੇ ਕਿ ਜਿਸ ਦੀ ਜ਼ਿੰਮੇਵਾਰੀ ਆ ਉਹ ਤੈਅ ਕੀਤੀ ਜਾਣੀ ਚਾਹੀਦੀ ਹੈ। ਹੁਣ ਨਵੇਂ ਸਿਰੇ ਤੋਂ ਜਾਂਚਾਂ ਚੱਲ ਰਹੀਆਂ ਨੇ, ਸਿੱਟ ਵੀ ਕਰ ਰਹੀ ਹੈ, ਤੇ ਉਸ ਦਾ ਕੀ ਨਤੀਜਾ ਨਿਕਲੇਗਾ ਇਸ ਬਾਰੇ ਅਸੀਂ ਕੁਝ ਨਹੀਂ ਆ ਸਕਦੇ। ਪਰ ਇਹ ਟਰਾਂਸਪੇਰੈਂਸੀ, ਪਾਰਦਰਸ਼ਤਾ ਸੁਮੇਧ ਸੈਣੀ ਦੇ ਮਾਮਲੇ ਦੇ ਵਿੱਚ ਇਸ ਦੀ ਬਹੁਤ ਵੱਡੀ ਘਾਟ ਦੇਖੀ ਗਈ। ਜੀ ਤੇ ਕੁਲਦੀਪ ਜੀ, ਹੁਣ ਗੱਲ ਧਾਰਮਿਕ ਮੁੱਦੇ ਦੀ ਕਰਦੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਨੇ, ਤੁਹਾਨੂੰ ਉਹਨਾਂ ਬਾਰੇ ਪਤਾ ਹੈ? ਜੀ ਸਾਡੇ ਦਰਸ਼ਕ ਵੀ ਜਾਣਦੇ ਹੋਣਗੇ, ਪਰ ਸਾਡੇ ਸਿਆਸਤਦਾਨ ਕਿਸੇ ਹੋਰ ਜਥੇਦਾਰ ਕੋਲ ਪਹੁੰਚੇ ਸਨ, ਤੇ ਕੀ ਅਸਲ ਜਥੇਦਾਰ ਉਹ ਨੇ ਕਿ ਜਾਂ ਜਿਹੜੇ ਕੰਮ ਕਰ ਰਹੇ ਨੇ? ਜਦੋਂ ਬੇਅਦਬੀ ਕਾਂਡ ਹੋਇਆ ਜੀ ਤੇ ਜਿਹੜੇ ਲੋਕ ਇਸ ਦੇ ਵਿੱਚ ਜਿਨ੍ਹਾਂ ਨੇ ਲਾਗਿਓਂ ਇਸ ਨੂੰ ਵੇਖਿਆ, ਪੜ੍ਹਿਆ, ਸੁਣਿਆ, ਸਿੱਖਾਂ ਦੇ ਹਿਰਦਿਆਂ ਨੂੰ ਜ਼ਾਹਰਾ ਤੌਰ ਤੇ ਠੇਸ ਲੱਗਣੀ ਸੀ। ਜੀ ਇਸ ਕੰਮ ਵਾਸਤੇ ਬਹੁਤ ਸਾਰੀਆਂ ਜਥੇਬੰਦੀਆਂ, ਸੰਗਠਨ, ਧਾਰਮਿਕ ਆਗੂ, ਆਮ ਲੋਕ ਤੇ ਰਾਜਨੀਤਿਕ ਆਗੂ ਵੀ
ਤੇ ਸਾਡੇ ਧਾਰਮਿਕ ਸੰਗਠਨ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੈ, ਅਕਾਲ ਤਖਤ ਸਾਹਿਬ, ਹੋਰ ਅਹੁਦੇਦਾਰ ਜਿੰਨੇ ਵੀ ਹਨ ਸਾਰੇ ਸ਼ਾਮਲ ਹੋ ਗਏ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਹੋਇਆ ਤੇ ਕਿਵੇਂ ਹੋਇਆ। ਜੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਇਹ ਸਮਝਿਆ ਜਾਂਦਾ ਸੀ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦਾ ਸਾਰਾ ਤਾਣਾ ਬਾਣਾ ਜਿੰਨੇ ਜਥੇਦਾਰ ਹਨ ਜੀ ਉਹ ਸਾਰਾ ਜਿਹੜਾ ਹੈ ਸਿਆਸੀ ਪ੍ਰਭਾਵ ਜਿਹੜਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਜੀ ਇਸ ਕਰਕੇ ਉਹਨਾਂ ਵੱਲੋਂ ਕੋਈ ਠੋਸ ਹੁਕਮਨਾਮੇ ਜਾਂ ਠੋਸ ਰਣਨੀਤੀ ਤਿਆਰ ਨਹੀਂ ਕੀਤੀ ਜਾਵੇਗੀ ਜੀ ਤੇ ਇਸ ਵਾਸਤੇ ਕੋਈ ਬਰਾਬਰ ਜਿਹੜਾ ਹੈ ਇੱਕ ਧਿਰ ਤੇ ਸੰਸਥਾ ਜਿਹੜੀ ਹੈ ਕਾਇਮ ਕੀਤੀ ਜਾਵੇ। ਜੀ ਚੱਬਾ ਵਿਖੇ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ। ਉੱਥੇ ਸਾਰੇ ਆਗੂ ਵੱਧ ਚੜ ਕੇ ਬੋਲਦੇ ਨੇ, ਸਾਰਿਆਂ ਨੂੰ ਸਰਬੱਤ ਤੌਰ ਤੇ ਸੱਦਾ ਜਿਹੜਾ ਦਿੱਤਾ ਜਾਂਦਾ ਹੈ। ਜੀ ਕਾਂਗਰਸ ਦੇ ਇੱਕ MLA ਰਮਨਜੀਤ ਸਿੰਘ ਸਿੱਕੀ ਵੀ ਉੱਥੇ ਬੋਲਦੇ ਨੇ, ਕਹਿੰਦੇ ਨੇ ਕਿ ਬਹੁਤ ਦੁਖੀ ਹੋਇਆ ਮੈਂ ਬੇਅਦਬੀ ਕਾਂਡ ਤੋਂ। ਜੀ ਅਸਤੀਫਾ ਦਿੰਦੇ ਨੇ ਆਪਣੀ ਸੀਟ ਤੋਂ ਕਿ ਬਾਈ ਇਲੈਕਸ਼ਨ ਹੁੰਦੀ ਹੈ, ਫਿਰ ਜਿੱਤਦੇ ਨੇ, ਫਿਰ MLA ਬਣਦੇ ਨੇ। ਜੀ ਤੇ ਹੁਣ ਤੇ 4.5 ਸਾਲ ਗੁਜ਼ਰ ਗਏ, ਹੁਣ ਤਾਂ ਕੁਝ ਬੋਲੇ ਹੀ ਨਹੀਂ। ਹੁਣ ਕੁਝ ਨਹੀਂ ਬੋਲੇ ਉਹ। ਜੀ ਹੁਣ ਉਸ ਤੋਂ ਬਾਅਦ ਜੋ ਮੁਤਬਾਜ਼ੀ ਜਥੇਦਾਰ ਬਣਾਏ ਗਏ, ਧਿਆਨ ਸਿੰਘ ਮੰਡ ਚੱਬਾ ਸਰਬੱਤ ਖਾਲਸਾ ਦੇ ਵਿੱਚੋਂ, ਤੇ ਨਾਲ ਭਾਈ ਜਗਤਾਰ ਸਿੰਘ ਹਵਾਰਾ, ਜੀ ਭਾਈ ਧਿਆਨ ਸਿੰਘ ਮੰਡ, ਗਿਆਨੀ ਹਰਪ੍ਰੀਤ ਸਿੰਘ ਜੋ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਹੋਣੇ ਚਾਹੀਦੇ ਨੇ, ਜੀ ਜੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਹੈ ਹੁਕਮਨਾਮੇ ਵਗੈਰਾ ਜਾਰੀ ਕਰਦੇ ਨੇ, ਜੀ ਜਿਵੇਂ ਕਿ ਪੁਰਾਣਾ ਸਾਡਾ ਸਿਸਟਮ ਹੈ। ਪਰ ਉਸ ਸਭ ਦੇ ਵਿੱਚ ਰੌਲਾ ਰੱਪਾ ਜਿਹਾ ਪੈ ਗਿਆ, 2-3 ਪੈਰਲਲ ਜਿਹੜਾ ਹੈ ਜਥੇਦਾਰ ਬਣ ਗਏ ਨੇ। ਜਗਤਾਰ ਸਿੰਘ ਹਵਾਰਾ ਕਿਉਂਕਿ ਜੇਲ੍ਹ ਵਿੱਚ ਬੰਦ ਨੇ, ਉਹਨਾਂ ਦੀ ਹਵਾਰਾ ਕਮੇਟੀ ਬਣਾਈ ਗਈ ਹੈ ਤੇ ਉਹ ਫੈਸਲੇ ਲੈਂਦੀ ਹੈ, ਉਹਨਾਂ ਦੇ ਬਿਹਾਫ ਤੇ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ। ਜੀ ਹੁਣ ਸਰਕਾਰ ਜਦੋਂ ਫਿਰ ਬਰਗਾੜੀ ਮੋਰਚਾ ਲੱਗ ਗਿਆ, ਜੀ ਬਰਗਾੜੀ ਮੋਰਚਾ ਜਦੋਂ ਚੁੱਕਣਾ ਸੀ, ਉਹ ਇਹ ਸਰਕਾਰ ਦੇ ਕੁਝ ਆਗੂਆਂ ਨੇ ਇਹ ਕਹਿ ਕੇ ਵਾਅਦਾ ਕਰਕੇ ਚੁਕਵਾਇਆ ਕਿ ਅਸੀਂ ਇਸ ਮਸਲੇ ਦਾ ਹੱਲ ਸਰਕਾਰ ਕੋਲੋਂ ਇੰਨੇ ਸਮੇਂ ਦੇ ਵਿੱਚ ਕਰਵਾਵਾਂਗੇ ਤੇ ਇਨਸਾਫ ਲੈ ਕੇ ਦੇਵਾਂਗੇ। ਜੀ ਗੋਲੀ ਕਾਂਡ ਦੀ ਜਾਂਚ ਵੀ ਤੇ ਬੇਅਦਬੀ ਕਾਂਡ ਦਾ ਵੀ ਸਭ ਕੁਝ ਹੋਵੇਗਾ। ਜੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਨਾਲ ਉਹਨਾਂ ਦੇ ਸਾਬਕਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਤੇ ਇੱਕ ਹੋਰ MLA ਜੀ ਜਿਹੜੇ ਸੀ, ਉਹ ਹੁਣ ਉਹਨਾਂ ਨੂੰ ਫਿਰ ਅਕਾਲ ਤਖਤ ਸਾਹਿਬ ਨੇ ਸੱਦਿਆ। ਧਿਆਨ ਸਿੰਘ ਅਕਾਲ ਤਖਤ ਸਾਹਿਬ ਨੇ ਨਹੀਂ, ਜਿਹੜੇ ਧਿਆਨ ਸਿੰਘ ਮੰਡ ਜਿਹੜੇ ਮਤਵਾਜ਼ੀ ਜਥੇਦਾਰ ਨੇ, ਜੀ ਉਹਨਾਂ ਨੇ ਸੱਦਿਆ ਕਿ ਤੁਸੀਂ ਹੁਣ ਤੱਕ ਕੀਤਾ ਕੁਝ ਨਹੀਂ ਤੇ ਸਾਨੂੰ ਜਿਹੜਾ ਤੁਸੀਂ ਜਵਾਬ ਦਿਓ ਜੀ ਕਿ ਤੁਸੀਂ ਕੀ ਚਾਹੁੰਦੇ ਹੋ। ਤੇ ਇਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਤੇ ਨਾਲ ਉਹਨਾਂ ਦੇ 2 MLA, ਜੀ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਨਹੀਂ ਜਾਂਦੇ, ਧਿਆਨ ਸਿੰਘ ਮੰਡ ਦੇ ਕੋਲ ਜਾਂਦੇ ਨੇ ਕਿ ਸਾਡਾ ਜਵਾਬ ਇੱਕ ਚਿੱਠੀ ਦੇ ਵਿੱਚ ਬੰਦ ਹੈ, ਤੁਸੀਂ ਸਾਨੂੰ ਸੱਦਿਆ ਹੈ। ਉਹਨਾਂ ਵਿੱਚੋਂ ਸਾਰੇ ਨਹੀਂ ਹਾਜ਼ਰ ਹੋ ਸਕੇ, ਅਸੀਂ ਇੰਨੇ ਜਣੇ ਹਾਜ਼ਰ ਹੋਏ ਹਾਂ ਸਰਕਾਰ ਵੱਲੋਂ, ਤੇ ਆਹ ਸਾਡਾ ਜਵਾਬ ਹੈ ਤੇ ਇਸ ਨੂੰ ਪੜ੍ਹ ਲਓ, ਤੁਸੀਂ ਫਿਰ ਅਗਲਾ ਫੈਸਲਾ ਸਾਨੂੰ ਦੱਸੋ। ਜੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਅਸੀਂ ਬਾਕੀ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ 30 ਸਤੰਬਰ ਤੱਕ ਇਹ ਚਿੱਠੀ ਖੋਲਾਂਗੇ, ਜੀ ਫਿਰ ਅਗਲਾ ਫੈਸਲਾ ਜਿਹੜਾ ਹੈ ਦੱਸ ਕੇ ਉਹ ਜਿਹੜਾ ਹੈ ਇਹਨਾਂ ਨੂੰ ਫਿਰ ਅਗਲੀ ਕਾਰਵਾਈ ਲਈ ਪ੍ਰੇਰਿਆ ਜਾਵੇਗਾ। ਜੀ ਹੁਣ ਇਸ ਵਿੱਚੋਂ ਸਵਾਲ ਉਪਜਦੇ ਨੇ ਕਿ ਸਰਕਾਰੀ ਨੁਮਾਇੰਦੇ ਜਿਹੜੇ ਹਨ ਉਹ ਗਿਆਨੀ ਹਰਪ੍ਰੀਤ ਸਿੰਘ ਕੋਲ ਕਿਉਂ ਨਹੀਂ ਗਏ। ਜੀ ਬਿਲਕੁਲ ਇੱਕ ਤੇ ਇਹ ਕਿਉਂਕਿ ਜਿਹੜਾ ਵਾਅਦਾ ਹੀ ਸ਼ਾਇਦ ਉੱਥੇ ਜਿਨ੍ਹਾਂ ਨਾਲ ਕੀਤਾ ਗਿਆ ਸੀ, ਸ਼ਾਇਦ ਉਹ ਗਰੁੱਪ ਉਹੀ ਹੀ ਹੈ, ਜੀ ਸੋ ਜਵਾਬ ਵੀ ਉਹਨਾਂ ਨੂੰ ਹੀ ਦੇਣਾ ਬਣਦਾ ਸੀ। ਜੀ ਦੂਸਰਾ ਇਹ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਕੋਲ ਅਕਾਲ ਤਖਤ ਸਾਹਿਬ ਤੇ ਜਾਂਦੇ ਨੇ, ਉਹ ਤਾਂ ਹੋਰ ਵੀ ਕਈ ਆਗੂਆਂ ਨੂੰ ਬੁਲਾਉਂਦੇ ਰਹਿੰਦੇ ਨੇ ਸਮੇਂ-ਸਮੇਂ ਤੇ, ਕੋਈ ਉਹਨਾਂ ਚੋਂ ਜਾਂਦਾ ਹੈ, ਕੋਈ ਨਹੀਂ ਜਾਂਦਾ ਹੈ। ਜੀ ਤੇ ਜੇ ਕਾਂਗਰਸ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਕੋਲ ਜਾਂਦੇ ਨੇ, ਜਥੇਦਾਰ ਸਾਹਿਬ ਕੋਲ, ਜੀ ਤੇ ਫਿਰ ਇੱਕ ਕਿਸਮ ਦਾ ਬਾਦਲਾਂ ਦੇ ਅਧੀਨ, ਕਿਉਂਕਿ ਜਿਹੜੀ ਸੰਸਥਾ ਹੈ ਉਸ ਦੇ ਅੰਡਰ ਆ ਜਾਂਦੇ ਨੇ, ਜਿਹੜਾ ਕਿ ਉਹ ਹੋਣ ਦੇਣਾ ਨਹੀਂ ਚਾਹੁੰਦੇ। ਜੀ ਪਰ ਇਹ ਇੰਟਰਸਟਿੰਗ ਗੱਲ ਇੱਥੇ ਨਹੀਂ ਰੁਕਦੀ। ਜੀ ਕੁਝ ਦਿਨ ਪਹਿਲਾਂ ਨਾਨਕਮਤਾ ਗੁਰਦੁਆਰਾ ਦੇ ਵਿੱਚ ਬੇਅਦਬੀ ਦੇ ਮਾਮਲੇ ਦੇ ਵਿੱਚ ਕਿ ਉੱਥੇ ਦੇ ਮੁੱਖ ਮੰਤਰੀ ਜਦੋਂ ਆਏ ਉੱਤਰਾਖੰਡ ਦੇ, ਤੇ ਨਾਚ ਗਾਣਾ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ, ਜੀ ਤੇ ਜਿਹੜੇ ਉੱਥੇ ਦੇ ਕਮੇਟੀ ਮੈਂਬਰ ਆਏ ਉਹਨਾਂ ਨੂੰ ਬੁਲਾਇਆ ਗਿਆ, 2 ਨੇ ਤਾਂ ਮੰਨ ਲਈ, ਤਨਖਾਹ ਤੇ ਸੇਵਾ ਜਿਹੜੀ ਲਾਈ ਸੀ, ਜੀ ਉਹਨਾਂ ਵਿੱਚੋਂ ਇੱਕ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਸਵਾਲ ਜਵਾਬ ਕਰ ਰਿਹਾ ਸੀ ਡਾਂਟ ਦਿੱਤਾ, ਇਹ ਕਹਤਾ ਕਿ ਤੂੰ ਪਿੱਛੇ ਜਾ ਕੇ ਬੈਠੋ, ਦਾੜੀ ਰੰਗੀ ਹੋਈ ਹੈ ਤੁਸੀਂ। ਜੀ ਉਹਨਾਂ ਨੂੰ ਪਿੱਛੇ ਝਾੜ ਕੇ ਬਿਠਾ ਦਿੱਤਾ ਤੇ ਅੱਗੇ ਉਹ ਵੀ ਔਖੇ ਹੋ ਗਏ, ਬੁੜਬੁੜ ਕਰਦੇ ਉੱਥੋਂ ਨਿਕਲ ਗਏ ਕਿ ਮੈਂ ਤਾਂ ਤੁਹਾਨੂੰ ਜਥੇਦਾਰ ਬੰਦਾ ਹੀ ਨਹੀਂ, ਜਗਤਾਰ ਸਿੰਘ ਹਵਾਰਾ ਸਾਡਾ ਜਥੇਦਾਰ ਹੈ। ਜੀ ਹੁਣ ਇਹ ਬੜੀ ਅਜੀਬੋ-ਗਰੀਬ ਸਥਿਤੀ ਪੈਦਾ ਹੁੰਦੀ ਹੈ। ਇਹਦੇ ਨਾਲ ਕੀ ਆ, ਅੱਬਲ ਤੇ ਇਸ ਚਲੋ ਹੁਣ ਮਾਹਿਰਾਨਾ ਰਾਏ ਦੀ ਆਪਾਂ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਸਾਡਾ ਇਹੋ ਜਿਹਾ ਸਿਸਟਮ ਨਹੀਂ ਸੀ, ਸਿੱਖ ਧਰਮ ਦੇ ਵਿੱਚ ਕੋਈ ਸੰਕਲਪ ਨਹੀਂ ਹੈ ਇਸ ਤਰ੍ਹਾਂ ਹੁਕਮਨਾਮੇ ਜਾਰੀ ਕਰਨੇ ਜਾਂ ਕੋਈ ਹੋਰ, ਇਹ ਕੌਮ ਦਾ ਕੰਮ ਹੈ। ਇਹ ਚਲੋ ਇੱਕ ਵੱਖਰਾ ਵਿਸ਼ਾ। ਪਰ ਜੇ ਹੁਣ ਕੋਈ ਅਸੀਂ ਇਸ ਤਰ੍ਹਾਂ ਦੀ ਇੱਕ ਸੀਟ, ਹਾਈਐਸਟ ਸੀਟ ਜਿਹੜੀ ਬਣਾ ਲਈ ਹੈ, ਤੇ ਫਿਰ ਉਸ ਦੇ ਅਸੀਂ ਕੋਈ ਖੇਤਰ ਦੇ ਥੱਲੇ ਆਉਂਦੇ ਆ, ਤੇ ਫਿਰ ਸਾਨੂੰ ਇੱਕ ਉਸ ਨੂੰ ਰੱਖਣਾ ਤੇ ਪਏਗਾ ਨਾ। ਅਕਾਲੀ ਫੂਲਾ ਸਿੰਘ ਦੀਆਂ ਉਦਾਹਰਨਾਂ ਪੇਸ਼ ਕਰਦੇ ਹਾਂ ਅਸੀਂ, ਪਰ ਜੇ ਹੁਣ ਇਸ ਤਰ੍ਹਾਂ 2-3 ਪੈਰਲਲ
ਸਾਡੀਆਂ ਜਥੇਬੰਦੀਆਂ ਜਿਹੜੀਆਂ ਹਨ ਆਪੋ ਆਪਣੇ ਜਥੇਦਾਰ ਬਣਾ ਲੈਣਗੀਆਂ ਜੀ। ਤੇ ਖਲਾਰਾ ਪੈਣ ਦਾ ਫਿਰ ਕੰਮ ਜਿਹੜਾ ਹੈ ਉਸ ਨੂੰ ਕੋਈ ਰੋਕ ਨਹੀਂ ਸਕੇਗਾ। ਇਸ ਵਾਸਤੇ ਕੌਮ ਨੂੰ ਜਿਹੜਾ ਹੈ ਮੈਂ ਸਮਝਦਾ ਕਿ ਸਾਂਝੇ ਤੌਰ ਤੇ ਧਿਆਨ ਦੇਣ ਦੀ ਲੋੜ ਹੈ। ਤੇ ਕੁਲਦੀਪ ਜੀ ਆਪਾਂ ਅਗਲੇ ਮੁੱਦੇ ਤੇ ਧਿਆਨ ਦੇਵਾਂਗੇ ਇਸ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਹੀਰ ਸਾਹਿਬ ਹੁਣ ਗੱਲ ਤਾਲਿਬਾਨ ਦੀ ਕਰਦੇ ਹਾਂ। ਤਾਲਿਬਾਨ ਨੇ ਕੀ ਵਾਅਦਾ ਕੀਤਾ ਸੀ ਕਿ ਅਸੀਂ ਲੋਕਾਂ ਦੀ ਸੁਰੱਖਿਆ ਕਰਾਂਗੇ, ਸਾਰੇ ਕੰਮ ਆਮ ਵਾਂਗ ਚੱਲਦੇ ਰਹਿਣਗੇ, ਪਰ ਕੀ ਉਹ ਆਪਣੇ ਵਾਅਦਿਆਂ ਤੇ ਇਸ ਵੇਲੇ ਖਰਾ ਉਤਰਦਾ ਨਜ਼ਰ ਆਉਂਦਾ? ਮੈਨੂੰ ਲੱਗਦਾ ਹੈ ਕਿ ਤਾਲਿਬਾਨ ਆਪਣੇ ਵਾਅਦਿਆਂ ਤੇ ਟਿਕੇਗਾ ਨਹੀਂ। ਜੀ। ਇਸ ਦੇ ਕੁਝ ਕਾਰਨ ਨੇ। ਤਾਲਿਬਾਨ ਦਾ ਉਭਾਰ ਜਿਸ ਤਰੀਕੇ ਨਾਲ ਹੋਇਆ ਹੈ, ਅਸੀਂ ਉਸ ਸਾਰੇ ਘਟਨਾਕ੍ਰਮ ਨੂੰ ਵੇਖੀਏ ਤਾਂ ਸਾਨੂੰ ਸਮਝ ਆ ਜਾਂਦਾ ਹੈ ਕਿ ਤਾਲਿਬਾਨ ਦੀ ਬੁਨਿਆਦ ਕੀ ਹੈ ਤੇ ਜੋ ਉੱਥੇ ਸਿਸਟਮ ਮੌਜੂਦਾ ਨੇਟੋ ਫੋਰਸਿਸ ਨੇ, ਅਮਰੀਕਾ ਨੇ, ਭਾਰਤ ਨੇ, ਬ੍ਰਿਟਨ ਨੇ ਜਿਹੜਾ ਬਣਾ ਦਿੱਤਾ ਹੈ, ਜੀ। ਉਹ ਸਿਸਟਮ ਕੀ ਸੀ ਤੇ ਤਾਲਿਬਾਨ ਕਿਹੋ ਜਿਹਾ ਚਾਹੁੰਦਾ ਹੈ। ਇਸ ਵਿੱਚ ਤਬਦੀਲੀ ਆਉਣੀ ਸੁਭਾਵਿਕ ਹੈ। ਪਰ ਇੱਕ ਸਵਾਲ ਬੜਾ ਹੈਰਾਨੀਜਨਕ ਮੇਰੇ ਦਿਮਾਗ ਵਿੱਚ ਆਇਆ। ਜੀ। ਡੋਨਲਡ ਟਰੰਪ ਨੇ ਕਹਿੰਦੇ 2018 ਤੋਂ ਲੈ ਕੇ ਤਕਰੀਬਨ 12-13 ਵਾਰ ਗੱਲਬਾਤ ਜਿਹੜੀ ਤਾਲਿਬਾਨ ਦੇ ਨਾਲ ਕੀਤੀ। ਜੀ। 9 ਦੌਰ ਵੈਸੇ ਚੱਲੇ ਨੇ ਅਸਲ ਅਧਿਕਾਰਿਕ ਤੌਰ ਤੇ। ਜੀ। ਤਾਲਿਬਾਨ ਦੇ ਵੱਡੇ ਅਧਿਕਾਰੀਆਂ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਕਿ ਅਸੀਂ ਇਸ ਤਰੀਕ ਤੱਕ ਹੌਲੀ ਹੌਲੀ ਫੌਜਾਂ ਇੰਨੀਆਂ ਕੱਢਾਂਗੇ, ਫਿਰ ਇੰਨੀਆਂ ਕੱਢਾਂਗੇ, ਫਿਰ ਇੰਨੀਆਂ ਕੱਢਾਂਗੇ, ਅਸੀਂ ਵਾਪਸ ਜਾਵਾਂਗੇ ਜੀ। ਤੇ ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਤੁਸੀਂ ਅਫਗਾਨਿਸਤਾਨ ਵਿੱਚ ਆਹ ਨਹੀਂ ਕਰੋਗੇ, ਆਹ ਨਹੀਂ ਕਰੋਗੇ, ਆਹ ਨਹੀਂ ਕਰੋਗੇ। ਜੀ। ਕੀ ਨਹੀਂ ਕਰੋਗੇ? ਇੱਕ ਤੇ ਇਹ ਕਿ ਇਸ ਸੰਘਰਸ਼ ਦੇ ਵਿੱਚ ਜਿੰਨੇ ਲੋਕਾਂ ਨੇ ਅਮਰੀਕਨ, ਬਰਤਾਨਵੀ, ਭਾਰਤ ਦਾ ਤੇ ਹੋਰ ਫੌਜਾਂ ਦਾ, ਸਰਕਾਰਾਂ ਦਾ ਸਾਥ ਦਿੱਤਾ ਹੈ, ਜੀ। ਜਾਂ ਉਹ ਅਫਗਾਨਿਸਤਾਨ ਦੀ ਆਰਮੀ ਦੇ ਵਿੱਚ ਰਹੇ ਨੇ, ਤੁਸੀਂ ਉਹਨਾਂ ਤੇ ਕਿਸੇ ਤੇ ਕੋਈ ਸਖਤੀ ਨਹੀਂ ਕਰੋਗੇ। ਜੀ। ਐਮਨੈਸਟੀ ਦੇਵੋਗੇ। ਐਮਨੈਸਟੀ ਭਾਵ ਕਿਸੇ ਤੇ ਕੋਈ ਦੋਸ਼ ਲੱਗੇ ਹੋਣ ਤੇ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਕਿ ਚਲੋ ਮਾਫ ਕੀਤਾ। ਮੁਆਫ ਕੀਤਾ। ਜੀ। ਤੁਸੀਂ ਦਿਓਗੇ। ਔਰਤਾਂ ਤੇ ਬੱਚਿਆਂ ਦੇ ਅਧਿਕਾਰਾਂ ਤੇ ਹੋਰਨਾਂ ਮਾਈਨੋਰਿਟੀਜ਼ ਜਿਹਦੇ ਵਿੱਚ ਹਿੰਦੂ ਤੇ ਸਿੱਖ ਸ਼ਾਮਲ ਨੇ, ਜੀ। ਉਹਨਾਂ ਬਾਰੇ ਤੁਹਾਡੇ ਵਿਚਾਰ ਕਿਹੋ ਜਿਹੇ ਹੋਣਗੇ, ਉਹ ਵੀ ਗੱਲਾਂ ਉਹਨਾਂ ਨਾਲ ਕੀਤੀਆਂ ਗਈਆਂ। ਜੀ। ਪਰ ਮੇਰੇ ਸਵਾਲ ਇੱਥੋਂ ਆਉਂਦਾ ਮਨ ਦੇ ਵਿੱਚ ਕਿ ਜੇ ਇੱਕ ਪਾਸੇ ਤੇ ਅਮਰੀਕਨ ਕਹਿ ਰਹੇ ਸਨ ਕਿ ਅਫਗਾਨਿਸਤਾਨ ਦੇ ਵਿੱਚ ਭਾਈ ਅਸੀਂ 3 ਲੱਖ ਫੌਜ ਖੜੀ ਕੀਤੀ ਹੈ ਜੀ। ਤੇ ਤਾਲਿਬਾਨ ਲਾਗੇ ਨਹੀਂ ਆਉਣਗੇ, ਉਹ ਤੇ 75,000 ਗਿਣਤੀ ਹੈ ਜੀ। ਤੇ ਮਾਰ ਕੇ ਇਹਨਾਂ ਕੋਲ ਵਧੀਆ ਹਥਿਆਰ ਨੇ, ਉਹਨਾਂ ਨੂੰ ਲਾਗੇ ਨਹੀਂ ਆਉਣ ਦੇਣਗੇ। ਜੀ। ਤੇ ਦੂਜੇ ਪਾਸੇ ਸਮਝੌਤਾ ਤਾਲਿਬਾਨ ਨਾਲ ਹੋ ਰਿਹਾ। ਜੀ। ਇਸ ਦੀ ਬੁਨਿਆਦ ਹੀ ਗਲਤ ਸੀ। ਜੀ। ਇਹ ਗੱਲਬਾਤ ਤਾਲਿਬਾਨ ਨਾਲ ਜਿਹੜੀ ਹੈ, ਚਲੋ ਉਹਨਾਂ ਨੇ ਇਹ ਕਰਕੇ ਸ਼ਾਇਦ ਉਹਨਾਂ ਦੇ ਮਨ ਵਿੱਚ ਉਦੋਂ ਹੀ ਵਹਿਮ ਸੀ ਕਿ ਅਸੀਂ ਤੇ 20 ਸਾਲ ਹੁਣ ਇੱਥੇ ਲਾ ਲਏ ਨੇ ਜੀ। ਤੇ ਜਿਨ੍ਹਾਂ ਨੂੰ ਅਸੀਂ ਛੱਡ ਕੇ ਜਾ ਰਹੇ ਹਾਂ ਟ੍ਰੇਨ ਕਰਕੇ, ਇਹ 20 ਦਿਨ ਵੀ ਨਹੀਂ ਟਿਕਣਗੇ। ਜੀ। ਖੈਰ ਅਜੇ ਤਾਂ ਫੌਜਾਂ ਗਈਆਂ ਵੀ ਨਹੀਂ ਸੀ। ਜੀ। ਅਜੇ ਤੱਕ ਕੁਝ ਏਰੀਏ ਤੱਕ ਉਹਨਾਂ ਨੇ ਆਪਣੇ ਆਪ ਨੂੰ ਮਹਿਦੂਦ ਕੀਤਾ ਸੀ ਤੇ ਤਾਲਿਬਾਨ ਆ ਬੜੇ ਨੇ। ਜੀ। ਹੁਣ ਤਾਲਿਬਾਨ ਹੌਲੀ ਹੌਲੀ ਇੰਨੇ ਜ਼ਿਲ੍ਹੇ ਤੇ ਕਬਜ਼ਾ ਹੋ ਗਿਆ, ਇੰਨੇ ਤੇ ਹੋ ਗਿਆ, ਇਸ ਤਰ੍ਹਾਂ ਤੇ ਗੱਲ ਚੱਲੀ ਹੈ। ਜੀ। ਪਰ ਜਿਹੜੀਆਂ ਰਿਪੋਰਟਾਂ ਆਈਆਂ ਨੇ ਉਹ ਇੱਕ ਤੇ ਆਉਣ ਨਹੀਂ ਦਿੰਦੇ। ਜੀ। ਉੱਤਰੀ ਕੋਰੀਆ ਨਾਲੋਂ ਥੋੜਾ ਜਿਹਾ ਫਰਕ ਹੈ। ਜੀ। ਉੱਤਰੀ ਕੋਰੀਆ ਦੇ ਵਿੱਚ ਆਮ ਤੌਰ ਤੇ ਕੋਈ ਗੱਲ ਬਾਹਰ ਜਾਂਦੀ ਨਹੀਂ, ਲੋਕਾਂ ਦਾ ਇੰਟਰਨੈਟ ਤੱਕ ਐਕਸੈਸ ਨਹੀਂ ਹੈ, ਕੋਈ ਵੀਡੀਓ ਨਹੀਂ ਬਾਹਰ ਆਉਂਦੀ, ਕੋਈ ਖਬਰ ਨਹੀਂ ਆਉਂਦੀ, ਕੋਈ ਕੁਝ ਨਹੀਂ ਆਉਂਦੀ। ਜੀ। ਬਹੁਤ ਜ਼ਿਆਦਾ ਕੰਟਰੋਲ ਹੈ ਸਰਕਾਰ ਦਾ। ਅਫਗਾਨਿਸਤਾਨ ਦੇ ਵਿੱਚ ਇਹੋ ਜਿਹੀ ਸਥਿਤੀ ਨਹੀਂ ਹੈ। ਜੀ। ਜਿਹੜੀ ਨਵੀਨਤਮ ਤਕਨੋਲੋਜੀ ਜਿਹੜੇ ਦੇਸ਼ਾਂ ਨੇ ਉੱਥੇ ਲਾਈ ਇੰਨੇ ਸਾਲਾਂ ਦੇ ਵਿੱਚ ਦਿੱਤੀ ਹੈ, ਜੀ। ਉਸ ਦੀ ਖੂਬ ਵਰਤੋਂ ਤਾਲਿਬਾਨ ਖੁਦ ਵੀ ਕਰ ਰਿਹਾ। ਜੀ। ਵੀਡੀਓਜ਼ ਖੁਦ ਬਣਾ ਕੇ ਪਾ ਰਹੇ ਨੇ। ਜੀ। ਹੁਣ ਜਿਹੜੇ ਸੀਨ ਦੇਖਣ ਨੂੰ ਮਿਲੇ ਨੇ ਉਹ ਤਾਲਿਬਾਨ ਦੇ ਵਾਅਦਿਆਂ ਤੋਂ ਉਲਟ ਨੇ। ਜੀ। ਇੱਕ ਤੇ ਇਹ ਕਿ ਤਾਲਿਬਾਨ ਲੜਾਕੇ ਕੁਝ ਖੇਤਰ ਤੱਕ ਜਲਾਵਤਨੀ ਦੇ ਸਮੇਂ ਦੇ ਵਿੱਚ ਰਹੇ ਨੇ, ਉਹਨਾਂ ਵਿੱਚੋਂ ਕਈਆਂ ਦੇ ਵਿਆਹ ਹੋਏ, ਕਈਆਂ ਦੇ ਨਹੀਂ ਹੋਏ, ਕੋਈ ਮਾਰੇ ਗਏ, ਕੁਝ ਹੋ ਗਿਆ। ਜੀ। ਉਹ ਵਾਪਸ ਆਪਣੇ ਏਰੀਏ ਖੇਤਰਾਂ ਦੇ ਵਿੱਚ ਜਦੋਂ ਆਏ ਨੇ ਤਾਂ ਰਿਪੋਰਟਾਂ ਇਹ ਆਈਆਂ ਨੇ ਕਿ ਅੰਡਰ ਏਜ ਲੜਕੀਆਂ ਨੂੰ ਧੱਕੇ ਨਾਲ ਉਹਨਾਂ ਲੜਾਕਿਆਂ ਦੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ। ਉਹਨਾਂ ਨੂੰ ਚੁੱਕ ਕੇ ਲਿਜਾ ਕੇ ਜੀ। ਉਹਨਾਂ ਦੇ ਵਿਆਹ ਦੂਸਰੇ ਜਾਂ ਤੀਸਰੇ ਵਿਆਹ ਜਿਹੜੇ ਸੀ ਉਹ ਕੀਤੇ ਗਏ। ਜੀ। ਸ਼ਰੀਅਤ ਦਾ ਸਖਤ ਕਾਨੂੰਨ ਲਾਗੂ ਕਰਨ ਦੀਆਂ ਅੰਦਰੋਂ ਅੰਦਰੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ। ਜੀ। ਤਾਲਿਬਾਨ ਲੜਾਕੇ ਜਾਂਦੇ ਨੇ, ਕਿਸੇ ਦੇ ਘਰ ਦੇ ਵਿੱਚ ਦਰਵਾਜ਼ਾ ਖੜਕਾਉਂਦੇ ਨੇ, ਧੱਕੇ ਨਾਲ ਖੋਲ੍ਹ ਦਿੰਦੇ ਨੇ, ਅੰਦਰ ਵੜ ਜਾਂਦੇ ਨੇ ਜੀ। ਤੇ ਉਹਨਾਂ ਨੂੰ ਕੀ ਕਹਿੰਦੇ ਨੇ, ਕਿੱਦਾਂ ਧਮਕਾਉਂਦੇ ਨੇ, ਉਹ ਗੱਲਾਂ ਨਿਕਲ ਕੇ ਬਾਹਰ ਨਹੀਂ ਆ ਰਹੀਆਂ। ਪਰ
ਕੁਝ ਲੋਕ ਜਿਹੜੇ ਉੱਥੋਂ ਭੱਜ ਕੇ ਆਏ ਨੇ ਜੀ ਉਹ ਆਪਣੀਆਂ ਜਿਹੜੀਆਂ ਗਵਾਹੀਆਂ ਦੇ ਰਹੇ ਨੇ ਤੇ ਜਿਨ੍ਹਾਂ ਨੇ ਉਹ ਹਾਲਾਤ ਦੇਖੇ ਨੇ ਜੀ ਉਹ ਦੱਸਦੇ ਨੇ ਕਿ ਤਾਲਿਬਾਨ 1.0 ਤੇ ਤਾਲਿਬਾਨ 2.0 ਦੇ ਵਿੱਚ ਕੋਈ ਫਰਕ ਨਹੀਂ ਹੈ, ਮਾੜਾ ਮੋਟਾ ਵੇਰੀਐਂਟ ਦਾ ਫਰਕ ਹੋਏਗਾ, ਇਹ ਮਾਡਲ ਅਪਗ੍ਰੇਡਡ ਨਹੀਂ ਹੈ। ਜੀ ਯਾਨੀ ਕਰਨਾ ਅਖੀਰ ਉਹ ਕੁਛ ਹੀ ਹੈ ਜੋ ਪਹਿਲਾਂ ਹੁੰਦਾ ਸੀ। ਜੀ ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਸੀ ਕਿ ਤੁਸੀਂ ਔਰਤਾਂ ਦੇ ਹੱਕਾਂ ਦੀ ਰਾਖੀ ਕਿਵੇਂ ਕਰੋਗੇ, ਜੀ ਕੀ ਤੁਸੀਂ ਬਿਨਾਂ ਮਰਦ ਤੋਂ ਔਰਤ ਨੂੰ ਘਰ ਬਾਹਰ ਨਿਕਲਣ ਦੀ ਇਜਾਜ਼ਤ ਦਿਓਗੇ? ਤੇ ਤਾਲਿਬਾਨ ਨੇ ਕਿਹਾ ਸੀ ਨਹੀਂ ਨਹੀਂ, ਕੋਈ ਇਹੋ ਜਿਹੀ ਕੋਈ ਗੱਲ ਨਹੀਂ, ਜੀ ਉਹ ਜਿੱਥੇ ਮਰਜ਼ੀ ਜਾ ਸਕਦੇ ਨੇ, ਸਾਡੀਆਂ ਕੁਛ ਇੱਕ ਸ਼ਰਤਾਂ ਨੇ, ਜੀ ਉਹਨਾਂ ਦੀ ਪਾਲਣਾ ਕਰਨ ਤੇ ਬਾਕੀ ਸਭ ਠੀਕ ਹੈ। ਜੀ ਇੱਥੋਂ ਤੱਕ ਵੀ ਤਾਲਿਬਾਨ ਨੇ ਆਖਿਆ ਕਿ ਸਰਕਾਰ ਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਹੋਵੇਗੀ। ਤੇ ਜਦੋਂ ਇੱਕ ਉੱਥੋਂ ਭੱਜ ਕੇ ਆਏ ਸਮਾਜਿਕ ਕਾਰਕੁਨ ਨੂੰ ਇਹ ਸਵਾਲ ਕੀਤਾ ਗਿਆ ਕਿ ਤਾਲਿਬਾਨ ਇਸ ਤਰ੍ਹਾਂ ਕਹਿੰਦੇ ਨੇ, ਤੇ ਉਹ ਖਿੜਖੜਾ ਕੇ ਹੱਸੀ। ਜੀ ਉਹਨਾਂ ਕਿਹਾ ਮੇਰਾ ਜਵਾਬ ਇਹੋ ਹੀ ਹੈ, ਜੀ ਇਹ ਇਸ ਤੇ ਹੱਸਣ ਤੋਂ ਬਿਨਾਂ ਹੋਰ ਕੁਝ ਕੀਤੇ ਨਹੀਂ ਜਾ ਸਕਦਾ। ਜੀ ਤਾਲਿਬਾਨ ਤੇ ਔਰਤਾਂ ਨੂੰ ਸਰਕਾਰ ਦੇ ਵਿੱਚ ਕੋਈ ਅਹੁਦਾ ਦੇਣ, ਜੀ ਇਹ ਭੁੱਲ ਜਾਓ। ਸਥਿਤੀ ਇਹੋ ਹੈ। ਹੁਣ ਕੁਝ ਸਜ਼ਾਵਾਂ ਨੇ ਜੋ ਇਸਲਾਮਿਕ ਦੇ ਸ਼ਰੀਅਤ ਦੇ ਕਾਨੂੰਨ ਦੇ ਤਹਿਤ ਦਿੱਤੀਆਂ ਜਾਣੀਆਂ ਨੇ, ਜੀ ਉਹ ਕੌਣ ਫੈਸਲੇ ਕਰਦਾ ਹੈ, ਕਿਵੇਂ ਕਰਦਾ ਹੈ, ਸ਼ਾਇਦ ਸਿਸਟਮ ਬਣਾਇਆ ਹੋਵੇਗਾ, ਜੀ ਪਰ ਸੁਣੀਆਂ ਸੁਣਾਈਆਂ ਗੱਲਾਂ ਤੇ ਆਧਾਰਿਤ ਸਜ਼ਾ ਦੇ ਦਿੱਤੀ ਜਾਂਦੀ ਹੈ। ਜੀ ਚੋਰੀ ਕਰਨ ਵਾਲੇ ਦੇ ਹੱਥ ਵੱਢ ਦਿੱਤੇ ਜਾਂਦੇ ਨੇ। ਜੀ ਹੋਰ ਇਸ ਤਰ੍ਹਾਂ ਦੀਆਂ ਸਜ਼ਾਵਾਂ ਦੇ ਤਹਿਤ ਜਨਤਕ ਤੌਰ ਤੇ ਕਈਆਂ ਨੂੰ ਫਾਹੇ ਲਾ ਦੇਣਾ, ਜਨਤਕ ਤੌਰ ਤੇ ਗੋਲੀ ਮਾਰ ਦੇਣੀ, ਸਿਰ ਲਾ ਦੇਣਾ, ਜੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ। ਔਰ ਪੱਥਰ ਮਾਰ ਕੇ ਮਾਰ ਦੇਣਾ ਔਰਤਾਂ ਨੂੰ। ਜੀ ਇਸ ਤਰ੍ਹਾਂ ਦੇ ਜਿਹੜੇ ਨੇ ਕੇਸ ਸਾਹਮਣੇ ਆ ਰਹੇ ਨੇ। ਮਾਈਨੋਰਟੀਜ਼ ਜਿਨ੍ਹਾਂ ਬਾਰੇ ਅਸੀਂ ਕੋਈ ਸਵਾਲ ਵੀ ਕਰੀਏ ਤੇ ਆਪਣੇ ਲੋਕ ਇਹ ਕਹਿੰਦੇ ਨੇ ਕਿ ਨਹੀਂ, ਉੱਥੋਂ ਭੱਜਣਾ ਨਹੀਂ ਚਾਹੀਦਾ। ਜੀ ਜਦੋਂ ਉਹਨਾਂ ਦੀ ਵੀਡੀਓਜ਼ ਕੁਝ ਵਿਦੇਸ਼ੀ ਮੀਡੀਆ ਤੇ ਸਾਹਮਣੇ ਆਈਆਂ ਨੇ, ਜੀ ਉਹ ਤੇ ਰੋ ਕੇ ਗੱਲ ਕਹਿ ਰਹੇ ਨੇ ਕਿ ਸਾਨੂੰ ਕੱਢੋ ਇੱਥੋਂ, ਅਸੀਂ ਜਾਣਾ ਚਾਹੁੰਦੇ ਹਾਂ। ਜੀ ਇੱਕ ਗੁਰੂ ਘਰ ਦੇ ਵਿੱਚ ਹਿੰਦੂ ਤੇ ਸਿੱਖ ਇਕੱਠੇ ਹੋਏ ਨੇ ਤੇ ਤਾਲਿਬਾਨ ਉਹੀ ਝੰਬ ਮਾਰੇ ਹੋਏ ਨੇ, ਮੂੰਹ ਲਪੇਟੇ ਹੋਏ ਨੇ ਤੇ ਵੱਡੀਆਂ ਅਸਾਲਟ ਰਾਈਫਲਾਂ। ਤੁਹਾਨੂੰ ਕਿਸੇ ਦਾ ਕੋਈ ਡਰ ਨਹੀਂ, ਤੁਸੀਂ ਬੇਫਿਕਰ ਹੋ ਕੇ ਇੱਥੇ ਰਹੋ। ਜੀ ਹੁਣ ਮੈਂ ਇੱਥੇ ਬੈਠ ਕੇ ਕੋਈ ਇਹੋ ਜਿਹੀ ਗੱਲ ਕਹਿ ਦੇਵਾਂ ਜੀ। ਜਿਸ ਦੇ ਨਾਲ ਉਹਨਾਂ ਸਾਡੇ ਭਾਈਆਂ ਨੂੰ ਮੁਸ਼ਕਲ ਪੇਸ਼ ਆਵੇ, ਜੀ ਪਰ ਤਾਲਿਬਾਨ ਦੇ ਕੋਈ ਲੱਛਣ ਵਧੀਆ ਨਜ਼ਰ ਨਹੀਂ ਆ ਰਹੇ। ਜਿਸ ਤਰ੍ਹਾਂ ਦੀ ਸਿਖਲਾਈ ਟ੍ਰੇਨਿੰਗ ਉਹਨਾਂ ਦੀ ਮੁੱਢਲੀ ਟ੍ਰੇਨਿੰਗ ਹੁੰਦੀ ਹੈ, ਜੀ ਉਹ ਉਸੇ ਹਿਸਾਬ ਨਾਲ ਚੱਲਣਗੇ। ਸ਼ਰੀਅਤ ਦੇ ਕਾਨੂੰਨ ਬਾਰੇ ਉਹਨਾਂ ਦਾ ਇਹ ਕਹਿਣਾ ਹੈ ਕਿ ਕੁਛ ਇੱਕ ਜਿਹੜੇ ਵਾਅਦੇ ਸਾਡੇ ਆਗੂਆਂ ਨੇ ਅਮਰੀਕਾ ਨਾਲ ਕਰ ਲਏ ਨੇ, ਜੀ ਕਤਰ ਦੇ ਵਿੱਚ ਜਾ ਕੇ, ਦੋਹਾ ਦੇ ਵਿੱਚ ਜਾ ਕੇ ਜਿੱਥੇ ਮੀਟਿੰਗਾਂ ਹੋਈਆਂ ਸੀ, ਜੀ ਉਹ ਬਹੁਤੇ ਸਹੀ ਨੇ। ਅਸੀਂ ਆਪਣੇ ਹਿਸਾਬ ਨਾਲ ਚੱਲਣਾ, ਆਪਣੇ ਮੁਲਕ ਨੂੰ ਚਲਾਉਣਾ। ਤੇ ਕੁਲਦੀਪ ਜੀ, ਇੱਥੇ ਲੱਗਦਾ ਨਹੀਂ ਕਿ ਅਮਰੀਕਾ ਦਾ ਦੋਹਰਾ ਚਿਹਰਾ ਦੁਨੀਆ ਦੇ ਸਾਹਮਣੇ ਆ ਗਿਆ। ਇੱਕ ਪਾਸੇ ਤਾਲਿਬਾਨਾਂ ਨਾਲ ਸਮਝੌਤੇ ਕੀਤੇ, ਦੂਜੇ ਪਾਸੇ ਕਹਿੰਦੇ ਕਿ ਅਸੀਂ ਉੱਥੇ ਫੌਜਾਂ ਰੱਖਾਂਗੇ ਕਿ ਤਾਲਿਬਾਨ ਗਲਤ ਕੰਮ ਨਾ ਕਰ ਸਕਣ। ਹੁਣ ਵੀ ਦਬਕੇ ਮਾਰ ਰਹੇ ਨੇ, ਜੀ। ਤੁਸੀਂ ਇਸ ਤਰ੍ਹਾਂ ਨਾ ਕਰਿਓ, ਤੁਸੀਂ ਇਸ ਤਰ੍ਹਾਂ ਨਾ ਕਰਿਓ। ਜੀ ਪਰ ਮੈਨੂੰ ਲੱਗਦਾ ਹੈ ਕਿ ਅਮਰੀਕਾ ਦੀ ਫਲਾਈਟ ਉੱਥੋਂ ਜ਼ਿਆਦਾ ਲੰਬੀ ਹੈ ਅਫਗਾਨਿਸਤਾਨ ਤੋਂ। ਜੀ ਇਹ ਸੋਚ ਕੇ ਉਹਨਾਂ ਨੇ ਉੱਥੋਂ ਆਪਣੇ ਜਿਹੜਾ ਹੱਥ ਪੈਰ ਪਿਛਾਂ ਖਿੱਚ ਲਏ ਨੇ, ਜੀ। ਤੇ ਸ਼ਾਇਦ ਤਾਲਿਬਾਨ ਦੇ ਦਿਲ ਦੇ ਵਿੱਚ ਕੋਈ ਸੌਫਟ ਕਾਰਨਰ ਬਣਾ ਕੇ ਗਏ ਹੋਣ ਜੀ। ਕਿ ਭਾਈ ਅਸੀਂ ਤੁਹਾਨੂੰ ਸਟੇਜ ਤਿਆਰ ਕਰਕੇ ਦੇ ਦਿੱਤੀ ਹੈ, ਹੁਣ ਤੁਸੀਂ ਆਪਣਾ ਮੁਲਕ ਚਲਾਓ, ਹੋਰ ਜੋ ਮਰਜ਼ੀ ਕਰੋ, ਪਰ ਸਾਡੇ ਵੱਲ ਨੂੰ ਨਾ ਆਇਓ। ਜੀ ਤੇ ਕੁਲਦੀਪ ਜੀ, ਤਾਲਿਬਾਨ ਦਾ ਸੰਘਰਸ਼ ਤਾਂ ਚਲੋ ਚੱਲ ਰਿਹਾ, ਮਨੁੱਖੀ ਹੱਕਾਂ ਦਾ ਘਾਣ ਵੀ ਹੋ ਰਿਹਾ ਹੈ। ਦੁਨੀਆ ਭਰ ਦੇ ਸਿਆਸਤਦਾਨ ਵਿਚਾਰਾਂ ਹੀ ਕਰ ਰਹੇ ਨੇ, ਕੰਮ ਕਦੋਂ ਕਰਨਗੇ ਇਹਦੇ ਬਾਰੇ ਪਤਾ ਨਹੀਂ। ਪਰ ਕੀ ਤਾਲਿਬਾਨ ਦੇ ਸੰਘਰਸ਼ ਤੋਂ ਕਿਸਾਨਾਂ ਜਾਂ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਕੁਝ ਸਿੱਖਣ ਨੂੰ ਮਿਲ ਰਿਹਾ? ਇਸ ਦੇ ਬਾਰੇ ਕੁਝ ਕੁ ਥਿਊਰੀਜ਼ ਚੱਲੀਆਂ ਨੇ, ਕੋਈ ਅਧਿਕਾਰਕ ਤੌਰ ਤੇ ਨਹੀਂ ਚੱਲੀਆਂ। ਜੀ ਕੁਛ ਇੱਕ ਲੋਕੀ ਵੀਡੀਓ ਵਗੈਰਾ ਪਾ ਰਹੇ ਨੇ, ਕੁਛ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਜੀ ਕਿ ਦੇਖੋ, ਇੱਥੋਂ ਤੱਕ ਵੀ ਲਿਖਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਸਾਨੂੰ 8 ਮਹੀਨੇ 10 ਮਹੀਨੇ ਹੋ ਗਏ ਸੜਕਾਂ ਤੇ ਬੈਠਿਆਂ ਨੂੰ, ਇਹ ਕੀ ਕੰਮ ਹੈ? ਦੇਖੋ ਤਾਲਿਬਾਨ ਨੇ 20 ਦਿਨਾਂ 'ਚ ਇਸ ਤਰ੍ਹਾਂ ਕਰ ਲਿਆ, ਸਾਡੇ 'ਚ ਹਿੰਮਤ, ਅਸੀਂ ਕੀ ਨਹੀਂ ਕਰ ਸਕਦੇ। ਜੀ ਬਹੁਤ ਅੰਤਰ ਹੈ ਤਾਲਿਬਾਨ ਨਾਲ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਜਾਂ ਕਿਸਾਨਾਂ ਦਾ। ਕਿਸੇ ਪਾਸਿਓਂ ਵੀ ਕੋਈ ਕੰਪੈਰੀਜ਼ਨ ਜਸਟੀਫਾਈਡ ਨਹੀਂ ਅੱਜ ਦੇ ਯੁੱਗ ਦੇ ਵਿੱਚ। ਜੀ ਤਾਲਿਬਾਨ ਦਾ ਸਭ ਤੋਂ ਵੱਡਾ ਸਪੋਰਟਰ ਕੌਣ ਹੈ? ਪਾਕਿਸਤਾਨ। ਜੀ ਕੱਛਾਂ ਵਜਾ ਰਹੇ ਨੇ। ਇਮਰਾਨ ਖਾਨ ਕਹਿ ਰਹੇ ਨੇ ਕਿ ਦੇਖੋ, ਉਹ ਲੋਕਾਂ ਨੇ ਆਪਣੀ ਲੜਾਈ ਜਿੱਤੀ ਹੈ, ਅਸਲ ਹੁਣ ਉਹਨਾਂ ਨੇ ਆਪਣਾ ਅਸਲ ਲੋਕਾਂ ਦਾ ਉੱਥੇ ਕਬਜ਼ਾ ਹੋਇਆ ਤੇ ਉਹ ਉੱਥੇ ਰਾਜ ਸੰਭਾਲਣਗੇ। ਜੀ ਪਰ ਜਿਸ ਤਰ੍ਹਾਂ ਦੇ ਸ਼ਰੀਅਤ ਦੇ ਸਖਤ ਕਾਨੂੰਨ ਅਫਗਾਨਿਸਤਾਨ ਵਿੱਚ ਲਾਗੂ ਹੋਣ ਜਾ ਰਹੇ ਨੇ ਜੀ ਕਿ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਖੁਦ, ਇਹਨਾਂ ਦੇ ਹੋਰ ਮੰਤਰੀ ਤੇ ਇਸ ਤਰ੍ਹਾਂ ਦਾ ਚਾਲ ਚੱਲਣ ਜਿਹੜਾ ਹੈ ਜੀ ਇੱਥੇ ਪਾਕਿਸਤਾਨ ਦੇ ਵਿੱਚ ਹੋ ਜਾਵੇ, ਉਹੀ ਕਾਨੂੰਨ ਇੱਥੇ ਲਾਗੂ ਹੋਣ ਤੇ ਉਸ ਚੀਜ਼ ਨੂੰ ਪਸੰਦ ਕਰਨਗੇ। ਭਵਿੱਖ ਦੀ ਜਿਹੜੀ ਸੂਈ ਹੈ ਜਾਂ ਨਬਜ਼ ਕਹਿ ਸਕਦੇ ਹਾਂ, ਉਹ ਪਛਾਣੀ ਜਾ ਸਕਦੀ, ਕਿਉਂਕਿ ਉਹ ਹਮੇਸ਼ਾ ਹਮਾਇਤੀ ਰਹੇ ਨੇ ਕੱਟੜਪੰਥੀਆਂ ਦੇ। ਜੀ, ਪਰ ਪਾਕਿਸਤਾਨ ਦੋਹਰਾ ਚਿਹਰਾ ਪੇਸ਼ ਕਰ ਰਿਹਾ। ਜੀ ਪਾਕਿਸਤਾਨ ਇੱਕ ਪਾਸੇ ਕਹਿ ਰਿਹਾ ਕਿ ਦੇਖੋ, ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਰਹੇ ਹਾਂ, ਫਲਾਣੇ ਗੁਰਦੁਆਰਾ ਸਾਹਿਬ ਖੋਲ ਦਿੱਤੇ ਨੇ, ਹਿੰਦੂਆਂ ਲਈ ਅਸੀਂ ਆਹ ਕਰ ਰਹੇ ਹਾਂ। ਜੀ ਇਸ ਤਰ੍ਹਾਂ ਦੀਆਂ ਗੱਲਾਂ ਤੇ ਉਹ ਕਰ ਰਹੇ ਨੇ, ਜੀ ਪਰ ਅੰਦਰੋਂ ਅੰਦਰੀ ਸਪੋਰਟ ਉਹਨਾਂ ਲੋਕਾਂ ਦੀ ਕਰ ਰਹੇ ਨੇ ਜੋ ਇਸ ਤਰ੍ਹਾਂ ਦੇ ਸਖਤ ਜਿਹੜੇ ਨੇ ਧਾਰਮਿਕ ਕੱਟੜਵਾਦ ਨੂੰ ਫੈਲਾਉਣ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦੇ ਨੇ। ਜੀ ਸੋ ਜਿਹੜੀ ਗੱਲ ਤੁਸੀਂ ਕਰ ਰਹੇ ਸੀ, ਪੰਜਾਬੀਆਂ ਲਈ ਤਾਲਿਬਾਨ ਦੇ ਸੰਘਰਸ਼ ਦੇ ਵਿੱਚੋਂ ਸਿੱਖਣ ਵਾਲਾ ਕੁਝ ਨਹੀਂ ਹੈ। ਜੀ
ਇਹ ਬਿਲਕੁਲ ਵੱਖਰੀ ਸਟੇਜ ਹੈ, ਜੀ ਬਿਲਕੁਲ ਵੱਖਰੇ ਤਰੀਕੇ ਨਾਲ ਮਾਡਰਨ ਵਰਲਡ ਦੇ ਵਿੱਚ ਜਿਵੇਂ ਦੁਨੀਆ ਗਿਆਨ ਹਾਸਲ ਕਰਕੇ ਪੜ੍ਹਾਈ ਲੈ ਕੇ ਜੀ। ਅੱਗੇ ਵਧ ਰਹੀ ਹੈ, ਸਾਨੂੰ ਇਸ ਪਾਸੇ ਵਾਲੇ ਧਿਆਨ ਦੇਣ ਦੀ ਲੋੜ ਹੈ। ਸਾਡੇ ਯੂਥ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਤਾਲਿਬਾਨ ਦੇ ਸੰਘਰਸ਼ ਤੋਂ ਕੁਝ ਮਿਲਣ ਵਾਲਾ ਨਹੀਂ ਹੈ। ਇਹ ਉਹਨਾਂ ਦਾ ਆਪਣਾ ਸੰਘਰਸ਼ ਹੈ। ਉਹ ਫੀਮ ਵੀ ਵੇਚੀ ਜਾਣ, ਔਰਤਾਂ ਨੂੰ ਪੱਥਰ ਮਾਰ-ਮਾਰ ਕੇ ਵੀ ਮਾਰ ਦੇਣ, ਜੀ। ਬੁੱਧ ਦੀਆਂ ਮੂਰਤੀਆਂ ਵੀ ਢਾਹ ਦੇਣ, ਜੀ। ਸਾਡਾ ਇਹਨਾਂ ਗੱਲਾਂ ਨਾਲ ਕੋਈ ਸੰਬੰਧ ਨਹੀਂ। ਅਸੀਂ ਇਸ ਪਾਸੇ ਨੂੰ ਜਾਣ ਵਾਲੇ ਨਹੀਂ। ਤੇ ਕੁਲਦੀਪ ਜੀ, ਪ੍ਰੋਗਰਾਮ ਦਾ ਸਮਾਂ ਖਤਮ ਹੋ ਰਿਹਾ, ਬਸ ਥੋੜੇ ਜਿਹੇ ਸ਼ਬਦਾਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸਿੱਧੀ ਪਹਿਲਾਂ ਨਾਲੋਂ ਘਟ ਰਹੀ ਹੈ, ਸੱਚੀ ਗੱਲ ਹੈ? ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸਿੱਧੀ ਘਟ ਰਹੀ ਹੈ। ਇਹ ਵੱਖਰੇ ਵੱਖਰੇ ਸਰਵੇ ਜਿਹੜੇ ਨੇ ਹੁੰਦੇ ਰਹਿੰਦੇ ਨੇ। ਜੀ ਇਸ ਦੇ ਵਿੱਚ ਪਾਇਆ ਗਿਆ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ 66% ਜਾਂ 60% ਲੋਕ ਜਿਹੜੇ ਸੀ, 60 ਤੋਂ 66% ਜੀ ਉਹ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਸਨ। ਜੀ ਇੱਕ ਚੈਨਲ ਦੇ ਸਰਵੇ ਮੁਤਾਬਕ ਇਸ ਵੇਲੇ ਉਹਨਾਂ ਲੋਕਾਂ ਦੀ ਗਿਣਤੀ ਸਿਰਫ 20 ਤੋਂ 21% ਦੱਸੀ ਜਾਂਦੀ ਹੈ। ਦੂਸਰੇ ਪਾਸੇ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੈ, ਉਸ ਬਾਰੇ ਕੋਈ ਜਵਾਬ ਨਹੀਂ ਹੈ। ਜੀ ਆਦਿੱਤਿਆ ਯੋਗੀਨਾਥ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਪਿਛਲੇ ਸਾਲ 2% ਲੋਕ ਪਸੰਦ ਕਰਦੇ ਸਨ। ਇਸ ਵੇਲੇ ਉਹਨਾਂ ਦੀ ਪ੍ਰਸਿੱਧੀ 11% ਤੇ ਦੱਸੀ ਜਾਂਦੀ ਹੈ। ਜੀ ਇਹ ਸਾਨੂੰ ਸੰਕੇਤ ਹੈ ਕਿ ਯੂਪੀ ਵਿੱਚ ਕੀ ਹੋਣ ਵਾਲਾ ਜੀ। ਹੈ। ਫਰਵਰੀ ਦੇ ਵਿੱਚ ਚੋਣਾਂ ਨੇ। ਜੀ ਸੋ ਇਸ ਤਰ੍ਹਾਂ ਦੀ ਕਹਾਣੀ ਹੈ। ਇਹਨਾਂ ਦੀ ਪ੍ਰਸਿੱਧੀ ਥੋੜੀ ਜਿਹੀ ਘਟੀ ਹੈ, ਪਰ ਓਵਰਆਲ ਜਿੰਨੇ ਮੁੱਖ ਮੰਤਰੀਆਂ ਤੇ ਵੀ ਸਰਵੇ ਹੋਏ ਨੇ, ਜੀ ਉਹਨਾਂ ਵਿੱਚੋਂ ਪਹਿਲੇ 10 ਜਿਹੜੇ ਮੁੱਖ ਮੰਤਰੀ ਆਉਂਦੇ ਨੇ ਜਿਨ੍ਹਾਂ ਦੀ ਪ੍ਰਸਿੱਧੀ ਉੱਪਰਲੇ ਪੱਧਰ ਤੇ ਹੈ, ਜੀ ਉਹਨਾਂ ਵਿੱਚੋਂ ਬੀਜੇਪੀ ਦੀ ਰੂਲਡ ਸਟੇਟ ਵਾਲਾ ਸਿਰਫ ਇੱਕ ਮੁੱਖ ਮੰਤਰੀ ਹੈ। ਬਾਕੀ ਗੈਰ ਬੀਜੇਪੀ ਭਾਜਪਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਨਾਮ ਆਉਂਦਾ। ਨਵੀਨ ਪਟਨਾਇਕ ਨੇ, ਤ੍ਰਿਣਮੂਲ ਕਾਂਗਰਸ ਵਾਲੀ ਵੀ ਹੈ, ਜੀ। MK ਸਟਾਲਿਨ ਸਭ ਤੋਂ ਉੱਪਰ ਨੇ। ਜੀ। ਇਹਨਾਂ ਦੇ ਨਾਮ ਆਏ ਨੇ, ਉद्धਵ ਠਾਕਰੇ ਦਾ ਵੀ ਜੀ। ਆਇਆ, ਪਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਮੁੱਖ ਮੰਤਰੀ ਦਾ ਨਾਮ ਅੱਗੇ ਨਹੀਂ ਆਉਂਦਾ। ਜੀ। ਨਰਿੰਦਰ ਮੋਦੀ ਦੀ ਹਰਮਨ ਪਿਆਰਤਾ ਘਟੀ ਹੈ, ਜੀ ਪਰ ਦੂਸਰੀ ਵਧੀ ਕਿਹਦੀ ਹੈ, ਇਸ ਗੱਲ ਦਾ ਕੋਈ ਜਵਾਬ ਨਹੀਂ। ਤੇ ਕੁਲਦੀਪ ਜੀ, ਮੁੱਦੇ ਤਾਂ ਹੋਰ ਵੀ ਬੜੇ ਸੀ ਵਿਚਾਰਨ ਵਾਲੇ, ਪਰ ਸਮਾਂ ਖਤਮ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਸਿਲਸਿਲੇ ਨਾਲ ਜੁੜਨ ਲਈ। ਨਵੇਂ ਮੁੱਦਿਆਂ ਨਾਲ ਫੇਰ ਤੋਂ ਹੋਵਾਂਗੇ ਹਾਜ਼ਰ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।